ਮਾਈਂਡ ਐਂਡ ਬॉडी ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਸਰੋਤਿਆਂ ਨੂੰ, ਲੱਖਾਂ ਹੀ ਦਰਸ਼ਕਾਂ ਨੂੰ ਮੇਰਾ ਨਰਿੰਦਰ ਰਵੀ ਦਾ ਇੱਕ ਵਾਰ ਫੇਰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਚੈਰਿਟੀ ਦੇ ਉੱਤੇ, ਡੋਨੇਸ਼ਨ ਦੇ ਉੱਤੇ, ਦਾਨ ਦੇ ਉੱਤੇ, ਜ਼ਕਾਤ ਦੇ ਉੱਤੇ, ਸਦਕੇ ਦੇ ਉੱਤੇ, ਜੋ ਮਰਜ਼ੀ ਕਹਿ ਲਓ ਤੁਸੀਂ। ਇਸ ਨੂੰ ਆਪਾਂ ਥੋੜਾ ਜਿਹਾ ਪ੍ਰੈਕਟੀਕਲ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਦੇਖੋ, ਪਿਛਲੇ ਹਫ਼ਤੇ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਸਾਡੀ ਜ਼ਿੰਦਗੀ ਦਾ ਅਲਟੀਮੇਟ ਗੋਲ ਜਿਉਂਦੇ ਜੀ ਪਰਮਾਤਮਾ ਨਾਲ ਮਿਲਾਪ ਕਰਨਾ ਹੈ, ਅਤੇ ਇਹ ਮਿਲਾਪ ਪਰਮਾਤਮਾ ਨਾਲ ਉਦੋਂ ਹੋਵੇਗਾ ਜਦੋਂ ਸਾਡਾ ਅੰਦਰਲਾ ਸਾਫ਼ ਤੇ ਸ਼ੁੱਧ ਹੋਵੇਗਾ। ਜਿੰਨਾ ਚਿਰ ਤੱਕ ਸਾਡੇ ਅੰਦਰ ਹੱਕ ਹਲਾਲ ਦੀ ਕਮਾਈ ਨਹੀਂ, ਜਿੰਨਾ ਚਿਰ ਤੱਕ ਅਸੀਂ ਨਸ਼ੇ ਐਬਾਂ ਪਾਪਾਂ ਤੋਂ ਬਚਦੇ ਨਹੀਂ, ਜਿੰਨਾ ਚਿਰ ਤੱਕ ਸਾਡਾ ਕਰੈਕਟਰ ਉੱਚਾ ਤੇ ਸੁੱਚਾ ਨਹੀਂ, ਉਨਾ ਚਿਰ ਤੱਕ ਪਰਮਾਤਮਾ ਨਾਲ ਮਿਲਾਪ ਸੰਭਵ ਹੀ ਨਹੀਂ। ਕਰ ਲੈ ਦਿਲ ਦੀ ਸਫਾਈ ਜੇ ਰੱਬ ਦਾ ਦੀਦਾਰ ਚਾਹੀਦਾ। ਪਿਛਲੇ ਹਫ਼ਤੇ ਅਸੀਂ ਹੱਕ ਹਲਾਲ ਦੀ ਕਮਾਈ ਨੂੰ ਡਿਟੇਲ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਜਿਹੜੀ ਓਨੈਸਟ ਅਰਨਿੰਗ ਹੈ, ਹੱਕ ਹਲਾਲ ਦੀ ਕਮਾਈ ਹੈ, ਉਹ ਕਿਹੜੀ ਹੈ ਤੇ ਇਸ ਦੇ ਰੂਹਾਨੀ ਫਾਇਦੇ ਕੀ ਨੇ। ਅੱਜ ਅਸੀਂ ਜਿਹੜਾ ਟੌਪਿਕ ਲਿਆ ਉਹ ਹੈਗਾ ਡੋਨੇਸ਼ਨ ਦਾ। ਅੱਜ ਅਸੀਂ ਇਸ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਕੁਝ ਦਾਨ ਕਰਨ ਦੀ, ਕੁਝ ਡੋਨੇਟ ਕਰਨ ਦੀ ਇੰਪੋਰਟੈਂਸ ਨੂੰ ਡਿਸਕਸ ਕਰਾਂਗੇ ਕਿ ਦਾਨ ਕਿਸ ਨੂੰ ਕਹਿੰਦੇ ਨੇ, ਦਾਨ ਕਿਸ ਪ੍ਰਕਾਰ ਦਾ ਦਾਨ ਹੁੰਦਾ ਹੈ, ਕਿਸ ਤਰ੍ਹਾਂ ਦਾਨ ਕਰਨਾ ਹੈ, ਕਿਹੜਾ ਦਾਨ ਨਹੀਂ ਕਰਨਾ, ਵੱਖ-ਵੱਖ ਧਰਮ ਦਾਨ ਦੇ ਬਾਰੇ ਸਾਨੂੰ ਕੀ ਸਮਝਾਉਂਦੇ ਨੇ। ਦਾਨ ਜਿਹੜਾ ਹੈ ਨਾ, ਇਹਨੂੰ ਇੰਗਲਿਸ਼ ਦੇ ਵਿੱਚ ਡੋਨੇਸ਼ਨ ਜਾਂ ਚੈਰਿਟੀ ਕਿਹਾ ਜਾਂਦਾ ਹੈ। ਪੰਜਾਬੀ ਜਾਂ ਹਿੰਦੀ ਵਿੱਚ ਦਾਨ ਨੂੰ ਦਕਸ਼ਨਾ, ਭਿਕਸ਼ਾ, ਦਸਵੰਧ, ਪੁੰਨਦਾਨ ਤੇ ਉਰਦੂ ਦੇ ਵਿੱਚ ਇਸ ਨੂੰ ਜ਼ਕਾਤ ਤੇ ਸਦਕਾ ਵੀ ਕਿਹਾ ਜਾਂਦਾ ਹੈ। ਦਾਨ ਜਿਹੜਾ ਸ਼ਬਦ ਹੈ ਨਾ, ਇਟ ਇਜ਼ ਅ ਸੰਸਕ੍ਰਿਤ ਐਂਡ ਪਾਲੀ ਵਰਡ। ਪਾਲੀ ਇੱਕ ਲੈਂਗੁਏਜ ਹੈ, ਸੰਸਕ੍ਰਿਤ ਇੱਕ ਲੈਂਗੁਏਜ ਹੈ। ਇਹ ਅਸਲ ਦੇ ਵਿੱਚ ਪਾਲੀ ਤੇ ਸੰਸਕ੍ਰਿਤ ਦੇ ਵਿੱਚ ਦਾਨ ਸ਼ਬਦ ਵਰਤਿਆ ਜਾਂਦਾ ਸੀ, ਵਿਚ ਮੀਨਸ ਸੈਲਫਲੈਸ ਗਿਵਿੰਗ, ਕਿ ਕਿਸੇ ਨੂੰ ਦੇਣਾ ਵਿਦਾਊਟ ਐਨੀ ਪਰਪਸ। ਜੇ ਅਸੀਂ ਹਿੰਦੂ ਧਰਮ ਦੀ ਗੱਲ ਕਰੀਏ, ਬੁੱਧਿਜ਼ਮ ਦੀ ਗੱਲ ਕਰੀਏ, ਜੈਨਿਜ਼ਮ ਦੀ ਗੱਲ ਕਰੀਏ, ਸਿੱਖਿਜ਼ਮ ਦੀ ਗੱਲ ਕਰੀਏ, ਤਾਂ ਉੱਥੇ ਦਾਨ ਬਾਰੇ ਕਿਹਾ ਗਿਆ ਕਿ ਦਾਨ ਇਜ਼ ਏ ਪ੍ਰੈਕਟਿਸ ਆਫ ਕਲਟੀਵੇਟਿੰਗ ਜੈਨਰੋਸਿਟੀ, ਕਿ ਸਾਡੇ ਦੇ ਵਿੱਚ ਰਹਿਮ ਪੈਦਾ ਕਰਨ ਦੀ ਹੋਰ ਤਾਕਤ ਆਵੇ, ਦੇਣ ਦੀ ਹੋਰ ਸਮਰੱਥਾ ਆਵੇ, ਉਸ ਨੂੰ ਅਸੀਂ ਦਾਨ ਕਹਿੰਦੇ ਹਾਂ। ਜਿਹੜੇ ਹਿੰਦੂ ਧਰਮ ਦੇ ਵਿੱਚ 4 ਵੇਦ ਨੇ, ਉਹਦੇ ਵਿੱਚ ਰਿਗਵੇਦ ਸਭ ਤੋਂ ਪੁਰਾਣਾ ਹੈ, ਤੇ ਉਹਦੇ ਵਿੱਚ ਦਾਨ ਦੇ ਬਾਰੇ ਕੀ ਹੈ, ਦ ਬੈਸਟ ਕਾਈਂਡ ਆਫ ਦਾਨ ਇਜ਼ ਫੀਡਿੰਗ ਏ ਹੰਗਰੀ ਪਰਸਨ ਐਂਡ ਟੀਚਿੰਗ ਸਮਵਨ। ਉਹਦੇ ਵਿੱਚ ਕੀ ਹੈ ਕਿ ਜਿਹੜਾ ਭੁੱਖ ਹੈ ਜਾਂ ਪਿਆਸਾ ਹੈ, ਉਹਨੂੰ ਜੋ ਤੁਸੀਂ ਖਵਾਉਣੇ ਪਿਲਾਉਣੇ ਹੋ ਜਾਂ ਕਿਸੇ ਨੂੰ ਵਿਦਿਆ ਦਾ ਦਾਨ ਦਿੰਦੇ ਹੋ, ਉਹ ਦਾਨ ਸਭ ਤੋਂ ਉੱਤਮ ਰਿਗਵੇਦ ਦੇ ਅਨੁਸਾਰ ਮੰਨਿਆ ਗਿਆ ਹੈ। ਇਨ ਦਾਨ ਵੀ ਆਰ ਹੈਲਪਿੰਗ ਅਦਰਸ ਵਿਦਾਊਟ ਐਕਸਪੈਕਟਿੰਗ ਸਮਥਿੰਗ। ਇੱਕ ਗੱਲ ਕਲੀਅਰ ਹੈ ਕਿ ਜਿਹੜਾ ਦਾਨ ਦੇਣਾ ਨਾ, ਜੇ ਦੂਸਰੇ ਤੋਂ ਕੋਈ ਆਸ ਕਰਨੀ ਹੈ ਤੇ ਫਿਰ ਉਹ ਦਾਨ ਨਹੀਂ, ਦਾਨ ਦੇ ਕੇ ਭੁੱਲ ਜਾਣ ਦਾ ਨਾਮ ਹੈ। ਸੋ ਇਸ ਕਰਕੇ ਇਸਲਾਮ ਦੇ ਵਿੱਚ ਜਿਹੜਾ ਦਾਨ ਹੈ ਨਾ, ਉਹ 2 ਪ੍ਰਕਾਰ ਦਾ ਹੈ। ਇੱਕ ਨੂੰ ਆਪਾਂ ਸਦਕਾ ਕਹਿੰਦੇ ਹਾਂ। ਸਦਕਾ ਜਿਹੜਾ ਹੁੰਦਾ ਹੈ, ਤੁਸੀਂ ਆਪਣੀ ਚੁਆਇਸ ਦੇ ਨਾਲ ਕਰਦੇ ਹੋ, ਕੋਈ ਕੰਪਲਸ਼ਨ ਨਹੀਂ ਹੈ, ਇਟ ਇਜ਼ ਅ ਵੋਲੰਟਰੀ ਚੈਰਿਟੀ। ਦੇਅਰ ਆਰ ਨੋ ਫਾਰਮਲ ਰੂਲਸ ਰਿਗਾਰਡਿੰਗ ਸਦਕਾ। Even a half date given in charity is enough to protect the donor from the hell on the day of judgment. ਅੱਧੀ ਖੰਜੂਰ ਵੀ ਜੇ ਤੁਸੀਂ ਕਿਸੇ ਲੋੜਵੰਦ ਨੂੰ ਦੇ ਦਿੰਦੇ ਹੋ ਨਾ, ਕਹਿੰਦਾ ਉਹ ਵੀ ਭਲਾ ਕਰਦਾ। ਤੁਸੀਂ ਦੇਣਾ ਆਪਣੀ ਮਰਜ਼ੀ ਨਾਲ, ਕੰਪਲਸਰੀ ਕੋਈ ਨਹੀਂ। ਤੇ ਦੂਸਰੇ ਪ੍ਰਕਾਰ ਦਾ ਜਿਹੜਾ ਦਾਨ ਇਸਲਾਮ ਦੇ ਵਿੱਚ ਹੈ, ਉਹ ਹੈਗਾ ਜ਼ਕਾਤ। ਇਟਸ ਅ ਮੈਂਡੇਟਰੀ, ਕੰਪਲਸਰੀ ਹੈ। ਰਮਜ਼ਾਨ ਦਾ ਮਹੀਨਾ ਹੁੰਦਾ ਨਾ ਸਾਲ ਦੇ ਵਿੱਚ ਇੱਕ ਵਾਰ, ਉਦੋਂ ਜਿੰਨੇ ਵੀ ਮੁਸਲਿਮ ਨੇ ਉਹ 2.5% ਆਪਣੀ ਟੋਟਲ ਇਨਕਮ ਦਾ ਕੱਢ ਕੇ ਉਹ ਚੈਰਿਟੀ ਵਿੱਚ ਦਿੰਦੇ ਨੇ। ਇਟ ਇਜ਼ ਗਿਵਨ ਟੂ ਹੰਗਰੀ, ਥਰਸਟੀ ਔਰ ਔਰਫਨ। ਜਿਹੜੇ ਲੋਕ ਭੁੱਖੇ ਨੇ, ਪਿਆਸੇ ਨੇ ਜਾਂ ਬੇਸਹਾਰਾ ਨੇ, ਉਹਨਾਂ ਨੂੰ ਦਿੰਦੇ ਨੇ ਚੈਰਿਟੀ ਦੇ ਵਿੱਚ। ਜਿੰਨੀਆਂ ਆਰਗੇਨਾਈਜੇਸ਼ਨ ਵੀ ਬਣੀਆਂ ਨੇ ਗਰੀਬ ਲੋਕਾਂ ਦੀ ਮਦਦ ਕਰਦੀਆਂ ਨੇ, ਉੱਥੇ ਵੀ ਉਹ ਦਾਨ ਦਿੰਦੇ ਨੇ। ਸਿੱਖ ਧਰਮ ਦੇ ਵਿੱਚ ਦਸਵੰਧ ਕੱਢਣ ਦਾ ਹੁਕਮ ਹੈ। ਆਪਣੀ ਹੱਕ ਹਲਾਲ ਦੀ ਕਮਾਈ ਦਾ 10ਵਾਂ ਹਿੱਸਾ ਲੋੜਵੰਦਾਂ ਵਿੱਚ ਵੰਡਣਾ, ਇਸ ਨੂੰ ਦਸਵੰਧ ਕਿਹਾ ਜਾਂਦਾ ਹੈ। ਦਾਨ ਇਜ਼ ਅਪਰੋਚ ਡਿਵੈਲਪਿੰਗ ਏ ਸੈਂਸ ਆਫ ਕੰਪੈਸ਼ਨ ਐਂਡ ਐਂਪਥੀ, ਕਿ ਜਿਹੜਾ ਦਾਨ ਦੇਣਾ ਨਾ, ਜਦੋਂ ਕਿਸੇ ਨੂੰ ਤੁਸੀਂ ਦਾਨ ਦਿੰਦੇ ਹੋ, ਉਹਦੇ ਨਾਲ ਲੋਕਾਂ ਦੇ ਪ੍ਰਤੀ ਸਹਾਨੁਭੂਤੀ ਆਉਂਦੀ ਹੈ। ਗੁਰੂ ਸਾਹਿਬ
ने फरमाया सी, काल खाए कुछ हत्थों दे, नानक राह पहचानी से। जीसस क्राइस्ट ने बड़ी सुंदर एक सिंपल ते सुंदर एग्जाम्पल बाइबल दे अंदर दिती है, जरा गौर ना सुनना। जीसस क्राइस्ट की कहते ने कि वैन यू गिव ए लंच और डिनर, डू नॉट इनवाइट योर फ्रेंड्स, योर रिलेटिव्स और रिच नेबर्स। क्यों नहीं बुलाने उन्होंने, अपने फ्रेंड्स नूं क्यों नहीं बुलाना, रिलेटिव्स नूं क्यों नहीं बुलाना, अमीर लोगों नूं क्यों नहीं लंच डिनर कराना? फॉर, क्योंकि फॉर दे विल इनवाइट यू बैक, इन दिस वे यू विल बी पेड बैक फॉर व्हाट यू डिड। कि जदों तुसीं अमीर लोगों नूं अपने रिश्तेदारां नूं बुलाउने हो ना, ते उन्हां ने जो कुछ खर्चदे हो, फिर वो एक दिन वो तुहानूं बुला लैंदे ने, ते जो कुछ तुसीं खर्चिआ उस दिन वो खर्च कर दिंदे ने। यही कहना, फॉर दे विल इनवाइट यू बैक एंड इन दिस वे यू विल बी पेड बैक फॉर व्हाट यू डिड। ਉਹਦੀ ਥਾਂ ਤੇ ਜੀਸਸ ਕ੍ਰਾइस्ट ਕਹਿੰਦਾ ਹੈ ਕਿ ਵੈਨ ਯੂ ਗਿਵ ਏ ਫੀਸਟ, ਜੋ ਕਿਸੇ ਨੂੰ ਬੁਲਾਉਣਾ ਹੈ ਖਾਣੇ ਤੇ ਜਾਂ ਕੋਈ ਵੀ ਪੁੰਨਦਾਨ ਕਰਨਾ ਹੈ, ਵੈਨ ਯੂ ਗਿਵ ਏ ਫੀਸਟ ਇਨਵਾਈਟ ਦਾ ਪੂਅਰ, ਗਰੀਬ ਲੋਕਾਂ ਨੂੰ ਬੁਲਾਓ, ਐਂਡ ਯੂ ਵਿਲ ਬੀ ਬਲੈਸਡ ਬਿਕਾਜ਼ ਦੇ ਆਰ ਨਾਟ ਏਬਲ ਟੂ ਪੇ ਬੈਕ। ਕਿ ਉਹ ਗਰੀਬ ਲੋਕਾਂ ਨੂੰ ਇਸ ਕਰਕੇ ਬੁਲਾਉਣਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹਨਾਂ ਨੇ ਤੁਹਾਨੂੰ ਵਾਪਸ ਨਹੀਂ ਮੋੜਨਾ। ਰਾਦਰ ਗॉड ਵਿਲ ਰੀਪੇ ਯੂ, परमात्मा तुहानूं देऊगा भी इहने मेरे बंदियां दी देखभाल कीती है, उन्हां दी हेल्प कीती है। यहूदी धर्म है, उहदे विच लिखिया है दशांश दिओ, दौलतमंद बनो, कि 10वां हिस्सा पुन्नदान करो, ते वो जो पुन्नदान करदे हो उहदे नाल तुसीं घटदा कुछ नहीं, सगों होर भी अमीर हो जांदे हो। हजरत यकूब इस्लाम दे विच आउणा, उन्हां ने रब नूं एक बार प्रेयर कीती, अल्लाह नूं प्रेयर कीती कि जो कुछ तू मैनू दवेगा मैं उसका 10वां हिस्सा तेरी भेंटा करांगा, तेनू मैं भेंट करूंगा, चंगे कामां ते लाऊंगा। जिंदगी नूं सफल करन लई सानू चाहीदा है कि असीं दीन दुखियां दी, अनाथां दी, लोड़वंदां दी, बीमारां दी ते दुनिया दे भलाई लई पुन्नदान जरूर करिए, क्योंकि दान देण नाल साडे अंदर निमरता ते मिठास पैदा हुंदी है। जे असी पुन्नदान नहीं ना करते तो साडे अंदर बदबू आउण लग पैंदी है। एक बार बाबा फरीद नूं किसी ने पूछा कि फरीद साहब, राहे खुदा देने में क्या होगा, भी रब दे रस्ते विच नेक कम्मां दे विच पुन्नदान करन दे विच साडा की फायदा है, इहदे नाल की फायदा हुंदा जदों असीं किसी नूं हैल्प करदे हां। फरीद साहब ने समझाया कि बेटा, जिस तरह खूह दा पानी हुंदा ना, खूह दा पानी उदों तक मिठा ते तरो ताजा रहिंदा है, फ्रैश रहिंदा है, जद तक पानी निकलदा रहे। जे खूह विचों पानी निकलना बंद हो जावे ना तो वह पानी बदबू देना शुरू कर दिंदा है। इसी तरह जिहड़े दान नहीं दिंदे उन्हां दा धन फजूल चला जांदा है। कबीर साहब ने कहा सी ना, आपां हुणी गाना सुनिया, दान दिए धन ना घटे, नदी ना घटे नीर, अपनी आंखों देख ले जे कहे दास कबीर। कि जिस तरह दान नदी दे विच जिन्ना मर्जी पानी कर लो, पानी नदी नूं कोई फर्क नहीं पैंदा। इसी तरह ही जदों अपनी जेब दे विचों तुसीं तिल फुल किसी लई हैल्प करदे हो, दान दिंदे हो, कोई फर्क नहीं पैंदा। ये जिहड़े बंदे दान दिंदे ने, वो खुद उन्हां नूं यकीन हो जांदा कि जदों तुसीं दान दिंदे हो ते तुहाडे घर दे विच तुहाडी किस तरह की बरकत पैंदी है। जीसस क्राइस्ट ने तो इत्थों तक भी किया बाइबल च कि जो कुछ तेरे पास माल धन है ना, वो बेच के गरीबां विच वंड दे, फिर देखी तेरे लिए जिहड़े स्वर्ग दे ने दरवाजे खुल जाणगे। ये ना सोचो कि मैं दान इहनूं देना है जां ओहनूं देना है, जां ये साडा इंडियन नूं तां आपां दान दे दईए, इत्थे पाकिस्तान लई इकट्ठे हो रहे ने ओहनूं ना दान दिओ। एक पासे तां कहने कि कुल कायनात नूं पैदा करन वाली एक ताकत है, दूजे पासे असीं धर्मां दे नां ते, जातां दे नां ते, देश दे नां ते फर्क पाउणे कि असीं अपने बंदे दी मदद करनी है, दूजे दी नहीं। मैनूं याद है कि पिछले वीक इत्थे जिथे मैं बैठा 770 दे चैनल ते, इत्थे दान लई पैसे मंगे जा रहे सीगे। मैं तुहानूं सच्ची गल दसदा, इस करके नहीं कोई शो ऑफ करना। मैं जिम तो जाके तकरीबन 2 बजे आके सौ जाना, क्योंकि थके हुंदे ते शाम नूं फिर सैर करन जाना। मैं गूढ़ी नींद घूक सुत्ता पिया सी। मेरे वाइफ किते काम गए होणगे, उन्हां दा मैनूं 2-3 वार फोन आया। मैं जदों फोन चक्किया, मैं मतलब इन्ने गूढ़ी नींद च पिया सीगा ते मैं कहा भी की गल,
ਤੇ ਉਹ ਕਹਿੰਦੇ ਵੀ ਅਰਫਾ ਮੁਜ਼ੱਫਰ ਜੀ ਆਪਣੇ ਰੇਡੀਓ ਸਟੇਸ਼ਨ ਤੇ ਗਰੀਬ ਲੋਕਾਂ ਦੀਆਂ ਸ਼ਾਦੀਆਂ ਲਈ ਪੈਸੇ ਇਕੱਠੇ ਕਰ ਰਹੇ ਨੇ। ਮੈਨੂੰ ਲੱਗਾ ਮੈਂ ਸੁਪਨੇ 'ਚ ਮੈਨੂੰ ਕੋਈ ਫੋਨ ਆਇਆ। ਮੈਂ ਫੇਰ ਪੁੱਛਿਆ ਵੀ ਤੁਸੀਂ ਗੱਲ ਕਰ ਰਹੇ ਹੋ ਕਿ ਮੈਂ ਸੁਪਨਾ ਆ ਰਿਹਾ? ਉਹ ਕਹਿੰਦੇ ਨਹੀਂ, ਮੈਂ ਬੋਲ ਰਹੀ ਹਾਂ, ਤੂੰ ਧਿਆਨ ਨਾਲ ਸੁਣ, ਤੇ ਤੁਸੀਂ ਵੀ ਗਰੀਬ ਲੋਕਾਂ ਦੇ ਹੋ। ਮੈਂ ਕਿਹਾ ਉਹ ਕਹਿੰਦੇ ਆਪਾਂ ਨੇ ਇਹ ਨਹੀਂ ਦੇਖਣਾ ਵੀ ਮੈਂ ਉਹਨਾਂ ਨੂੰ ਪੁੱਛਿਆ ਵੀ ਆਪਣੇ ਇੰਡੀਆ 'ਚ ਕਿਸੇ ਦੇ ਵਿਆਹ ਕਰਨੇ? ਕਹਿੰਦੀ ਇੰਡੀਆ 'ਚ ਹੋਵੇ, ਚਾਹੇ ਪਾਕਿਸਤਾਨ ਹੋਵੇ, ਚਾਹੇ ਰਸ਼ੀਆ ਹੋਵੇ, ਆਪਾਂ ਤਾਂ ਗਰੀਬ ਲੋਕਾਂ ਲਈ ਕਰਨਾ, ਪਰਮਾਤਮਾ ਦੇ ਉਹ ਲੋਕ ਨੇ। ਸੋ ਇਸ ਕਰਕੇ ਮੈਂ ਉਹ ਸੁੱਤੇ ਪਏ ਨਹੀਂ ਫੋਨ ਅਰਫਾ ਜੀ ਨੂੰ ਘੁਮਾ ਲਿਆ ਤੇ ਦਿੱਤਾ। ਮੈਂ ਗੱਲ ਇਹ ਨਹੀਂ ਦੱਸਣਾ ਮੈਂ ਕਿਉਂ ਦਿੱਤਾ। ਪਹਿਲੀ ਗੱਲ ਤਾਂ ਮੈਂ ਗੱਲ ਕਲੀਅਰ ਕਰ ਦਿੰਦਾ, ਅੱਜ ਤੋਂ 4 ਸਾਲ ਪਹਿਲਾਂ ਮੇਰਾ ਇੱਕ ਫਰਮ ਵਿਸ਼ਵਾਸ ਸੀਗਾ ਵੀ ਜਿਹੜਾ ਦਾਨ ਦੇਣਾ ਨਾ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ, ਪਰ ਮੈਂ ਆਪਣੇ ਵਿਚਾਰ ਬਦਲੇ ਜੋ ਮੇਰੇ ਨਾਲ ਇਨਸੀਡੈਂਟ ਹੋਇਆ। ਉਹ ਕਿਉਂ ਵਿਚਾਰ ਬਦਲੇ, ਮੈਂ ਆਪਣੇ ਵਿਚਾਰ ਸਾਂਝੇ ਕਰਦਾ। ਮੇ ਬੀ ਆਮ ਰਾਈਟ ਔਰ ਰੋਂਗ, ਤੁਹਾਡਾ ਵਿਚਾਰ ਆਪਣੇ ਬਣਾਉਣੇ ਤੁਹਾਡੇ ਫਰਜ਼ ਹੈ। ਕਿਉਂਕਿ ਅਸੀਂ ਸਾਡੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਇੱਕ ਜੈਤੋ ਦੀ ਮੰਡੀ ਹੈ, ਉੱਥੇ ਮੇਰੇ ਵਾਈਫ ਨੇ ਕਾਲਜ ਦੇ ਵਿੱਚ ਪੜ੍ਹਾਇਆ ਸੀ। ਅਸੀਂ 2 ਸਾਲ ਕਿਰਾਏ ਤੇ ਰਹੇ ਸੀ। ਅਸੀਂ 1994-95 ਚ ਉੱਥੇ ਗਏ, ਜਿਨ੍ਹਾਂ ਦੇ ਕੋਲ ਰਹਿੰਦੇ ਸੀਗੇ, ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਮੰਦਿਰ ਦੇ ਵਿੱਚ ਉਹ ਕਿਉਂਕਿ ਰਿਟਾਇਰ ਹੋ ਗਏ ਵੀ ਮੇਰਾ ਕੰਮ ਇਹ ਹੈ ਵੀ ਹੁਣ ਮੇਰੇ ਕੋਲ ਹਾਲਾਤ ਤਾਂ ਹੈ ਨਹੀਂ, ਤੇ ਮੈਂ ਮੰਦਿਰ ਦੇ ਵਿੱਚ ਖਾਣਾ ਬਣਾਉਣਾ, ਸਬਜ਼ੀਆਂ ਸੀ ਬਾਜ਼ਾਰ 'ਚ, ਜਿਹੜੇ ਰੋਟੀ ਆ ਤੇ 40-50 ਬੰਦੇ ਆ ਕੇ ਰੋਟੀ ਖਾ ਜਾਂਦੇ ਨੇ। ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿੰਨਾ ਖਰਚ ਹੁੰਦਾ? ਕਹਿੰਦੇ ਉਸ ਵੇਲੇ ਕਹਿੰਦੇ 200 ਰੁਪਇਆ ਹੁੰਦਾ, ਕਿਉਂਕਿ ਸਬਜ਼ੀਆਂ ਲੋਕ ਸਸਤੀਆਂ ਦਿੰਦੇ ਨੇ, ਆਟੇ ਉਟੇ ਦੀ ਕੋਈ ਇੰਨੀ ਗੱਲ ਨਹੀਂ ਹੁੰਦੀ। ਤੇ ਮੈਂ ਕਿਹਾ ਫਿਰ ਉਹਦਾ ਤੁਹਾਨੂੰ ਪੈਸੇ ਫਿਰ ਕਿੱਥੋਂ ਆਉਂਦੇ ਨੇ? ਉਹ ਕਹਿੰਦੇ ਵੀ ਕੋਈ ਕਿਸੇ ਦਾ ਮੁੰਡੇ ਦਾ ਜਨਮ ਹੁੰਦਾ, ਕਿਸੇ ਦੀ ਯੂਨੀਵਰਸਿਟੀ ਹੁੰਦੀ ਆ, ਉਹ ਦੇ ਜਾਂਦੇ ਨੇ, ਜੇ ਨਾ ਹੁਣ ਅਸੀਂ ਆਪਣੇ ਕੋਲੋਂ ਦੇ ਦਿੰਦੇ ਹਾਂ। ਮੇਰੀ ਵਾਈਫ ਨੇ ਕਿਹਾ ਵੀ ਨਹੀਂ, ਆਪਾਂ ਵੀ ਦਾਨ ਦਿੰਦੇ ਹਾਂ। ਅਸੀਂ ਸਾਲ ਕਹਿ ਕੇ ਆਏ ਸੀਗੇ, ਤੇ ਮੈਂ ਉਹਨਾਂ ਨੂੰ ਕਿਹਾ ਵੀ 6 ਮਹੀਨੇ ਦਾ ਅਸੀਂ ਦਿੰਦੇ ਹਾਂ। ਮੇਰੇ ਵਾਈਫ ਕਹਿੰਦੇ ਨਹੀਂ 6 ਮਹੀਨੇ ਨਹੀਂ, 1 ਸਾਲ ਦਾ ਲਓ ਜੀ ਸਾਡੇ ਕੋਲ ਚੈੱਕ। ਅਸੀਂ ਉਹਨਾਂ ਨੂੰ ਸਾਲ ਦਾ ਦਿਆ ਏ, ਪਰ ਮੈਂ ਉਹਨਾਂ ਨੂੰ ਇੱਕ ਸ਼ਰਤ ਲਾਈ ਕਿ ਭਾਈ ਸਾਹਿਬ ਤੁਸੀਂ ਕਿਸੇ ਨੂੰ ਪਤਾ ਨਾ ਲੱਗਣ ਦਿਓ ਵੀ ਅਸੀਂ ਕੋਈ ਦਾਨ ਦਿੱਤਾ, ਸਾਡਾ ਨਾਂ ਨਹੀਂ ਆਉਣਾ ਚਾਹੀਦਾ। ਉਹ ਕਹਿੰਦੇ ਠੀਕ ਹੈ। 4-5 ਸਾਲਾਂ ਬਾਅਦ ਜਾਂ ਪਿਛੇ 8-10 ਸਾਲਾਂ ਬਾਅਦ ਮੈਂ ਉੱਥੇ ਗਿਆ, ਉਹ ਕੰਧ ਦੇ ਉੱਤੇ ਲਿਖਿਆ ਵਾ ਸੀ ਮੇਰਾ ਨਾਂ, ਕੈਨੇਡਾ ਵਾਲੇ ਡਾਕਟਰ ਨਰਿੰਦਰ ਰਵੀ, ਕੈਨੇਡਾ ਵਾਲੇ, ਇੰਨੇ ਰੁਪਈਏ, ਲੱਖ ਰੁਪਈਆ ਜਾਂ 90,000 ਜਾਂ 2 ਲੱਖ, ਜਿੰਨਾ ਵੀ 50,000 ਜਿੰਨਾ ਵੀ ਦਾਨ ਦਿੱਤਾ। ਮੈਂ ਥੋੜਾ ਦੇਖ ਕੇ ਨਾ ਅਪਸੈਟ ਹੋਇਆ, ਕਿਉਂਕਿ ਮੇਰਾ ਜ਼ਿੰਦਗੀ 'ਚ ਇੱਕ ਫਰਮ ਵਿਸ਼ਵਾਸ ਸੀਗਾ। ਜਦੋਂ ਉਹਨਾਂ ਨੂੰ 1 to 1 ਮੇਰੀ ਗੱਲ ਹੋਈ, ਮੈਂ ਕਿਹਾ ਜੀ ਤੁਸੀਂ ਮੇਰੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਮੇਰਾ ਨਾਂ ਨਹੀਂ ਆਉਣ ਦੇਣਾ, ਇਹਦੇ ਵਿੱਚ ਤਾਂ ਈਗੋ ਆ ਜਾਊਗੀ। ਮੇਰੀ ਤਾਂ ਪੈਂਟ ਪੱਟੀ ਦੇ ਵਿੱਚ ਮੈਂ ਮਾਸਟਰਸ ਕੀਤੀ ਹੈ, ਗਰੀਬੀ ਦੱਬ ਕੇ ਦੇਖੀ ਹੈ, ਤੇ ਮੈਂ ਨਹੀਂ ਚਾਹੁੰਦਾ ਕੋਈ ਮੇਰਾ ਨਾਂ ਆਵੇ। ਉਹ ਕਹਿੰਦੇ ਜੀ ਗੱਲ ਇਹ ਹੈ, ਅਸੀਂ ਬਿਲਕੁਲ ਨਹੀਂ ਨਾਂ ਲਿਖਿਆ ਸੀ, ਪਰ 2-3 ਸਾਲਾਂ ਬਾਅਦ ਸਾਡੀ ਕਮੇਟੀ ਨੇ ਫੈਸਲਾ ਕੀਤਾ ਵੀ ਜੇ ਆਪਾਂ ਨਾਂ ਲਿਖ ਦਿਆਂਗੇ ਤਾਂ ਸ਼ਹਿਰ ਦੇ ਬੰਦਿਆਂ ਨੂੰ, ਮੰਡੀ ਦੇ ਬੰਦਿਆਂ ਨੂੰ ਇਹ ਹੋਊਗਾ ਕਿ ਜਿਹੜਾ ਇੱਕ ਬੰਦਾ ਪ੍ਰੋਫੈਸਰ ਸਾਲ ਰਹਿ ਕੇ ਗਿਆ, ਕੈਨੇਡਾ ਚਲਾ ਗਿਆ, ਉਹ ਜੇ ਇੰਨੇ ਪੈਸੇ ਦੇ ਸਕਦਾ ਤਾਂ ਅਸੀਂ ਕਿਉਂ ਨਹੀਂ ਪੁੰਨਦਾਨ ਕਰ ਸਕਦੇ? ਕਹਿੰਦੇ ਉਸ ਤੋਂ ਬਾਅਦ ਉਹ ਤੁਹਾਡਾ ਨਾਂ ਦੇਖ ਕੇ ਲੋਕਾਂ ਨੇ ਦੇਣਾ ਸ਼ੁਰੂ ਕਰਤਾ। ਹੁਣ ਸਾਡੇ ਕੋਲ ਬੈਂਕ 'ਚ ਮੋਰ ਦੈਨ ਐਨਫ ਹੈ। ਫਿਰ ਮੇਰਾ ਯਕੀਨ ਹੋਗਾ ਜੇ ਮੇਰੇ ਨਾਂ ਦੱਸਣ ਨਾਲ ਬਾਕੀ ਵੀ ਦਿੰਦੇ ਨੇ ਤਾਂ ਕੀ ਨੁਕਸਾਨ ਹੈ। ਉਹੀ ਤਰੀਕਾ ਅਰਫਾ ਮੁਜ਼ੱਫਰ ਜੀ ਨੇ ਅਡਾਪਟ ਕੀਤਾ, ਤੇ ਮੇਰਾ ਇਸੇ ਕਰਕੇ ਵਿਸ਼ਵਾਸ ਸੀਗਾ, ਤਾਂ ਹੀ ਮੈਂ ਗੱਲ ਕੀਤੀ ਹੈ ਕਿ ਮੈਂ ਵੀ ਆਪਣਾ ਤਿਲ ਫੁੱਲ ਉਹਦੇ ਵਿੱਚ ਦਾਨ ਪਾਇਆ। ਇਹ ਨਹੀਂ ਦੇਖਿਆ ਕਿ ਉਹ ਪਾਕਿਸਤਾਨ 'ਚ ਜਾਣਾ, ਕਿ ਰਸ਼ੀਆ ਜਾਣਾ, ਇੰਡੀਆ ਜਾਣਾ, ਬੰਦੇ ਦਾ ਸਾਰੇ ਇੱਕੋ ਨੇ। ਰਾਦਰ ਜ਼ਿਆਦਾ ਖੁਸ਼ ਹੋਵੋ ਜੋ ਦੂਜਿਆਂ ਨੂੰ ਦਿਓਗੇ, ਇਹੀ ਤਾਂ ਪਿਆਰ ਦੀ ਨਿਸ਼ਾਨੀ ਹੈ। ਪਿਆਰ ਵੱਧ ਹੈ, ਆਪਣੇ ਨੂੰ ਤਾਂ ਸਾਰਾ ਹੀ ਦਿੰਦਾ। ਜੀਸਸ ਕ੍ਰਾਈਸਟ ਨੇ ਤਾਂ ਹੀ ਤਾਂ ਕਿਹਾ ਸੀ ਆਪਣੇ ਰਿਸ਼ਤੇਦਾਰਾਂ ਨੂੰ, ਅਮੀਰ ਬੰਦਿਆਂ ਨੂੰ ਨਾ ਬੁਲਾਓ, ਉਹ ਤੁਹਾਨੂੰ ਵੀ ਬੁਲਾ ਲੈਣਗੇ ਕਿਸੇ ਨਾ ਕਿਸੇ ਦਿਨ। ਉਹਨਾਂ ਨੂੰ ਬੁਲਾਓ ਜਿਹੜੇ ਨੀਡੀ ਨੇ, ਕਿਉਂਕਿ ਉਹ ਦੇ ਨਹੀਂ ਸਕਦੇ, ਉਹਦੀ ਥਾਂ ਤੇ ਤੁਹਾਨੂੰ ਪਰਮਾਤਮਾ ਦੇਗਾ। ਦੇਖਿਆ ਦੁਨੀਆ ਨਾ, ਆਪਾਂ ਇਹ ਨਾ ਦੇਖੋ ਵੀ ਉਹ ਮਾੜਾ ਹੈ, ਉਹ ਮਾੜਾ ਆ, ਨਹੀਂ ਕਰਨਾ, ਉਹ ਨਹੀਂ ਕਰਨਾ। ਤੁਸੀਂ ਆਪਣੇ ਬਾਰੇ ਸੋਚੋ। माना कि दुनिया बहुत बुरी है और हर तरफ धोखा है, आओ हम तो अच्छे बने, हमें किसने रोका है? ਆਪਾਂ ਇਹ ਦੇਖੇ ਵੀ ਉਹ ਨਹੀਂ ਦਿੰਦਾ, ਉਹ ਨਹੀਂ ਦਿੰਦਾ, ਸਾਰੀ ਦੁਨੀਆ ਹੇਰਾ ਫੇਰੀ ਕਰੀ ਜਾਂਦੇ, ਧਨ ਲਾ ਕੇ ਲੁੱਟੀ ਜਾਂਦੇ ਨੇ। ਆਪਾਂ ਕਿਸ ਤੋਂ ਕੀ ਲੈਣਾ? ਆਪਾਂ ਆਪਣੀ ਜੇਬ ਖਾਲੀ ਕਰੋ, ਆਪਣੀ ਨੀਤ ਸਾਫ਼ ਰੱਖੋ ਕਿ ਆਪਾਂ ਕਿਸ ਦੀ ਮਦਦ ਕਰਨੀ ਹੈ। ਇਸ ਕਰਕੇ ਜ਼ਿੰਦਗੀ ਦੇ ਥੋੜੀ ਜਿਹੀ ਫਿਲਾਸਫੀ ਨੂੰ ਸਮਝਣ ਦੀ ਕਰੋ। ਆਹ ਜਿਹੜੇ ਜੱਫੇ ਮਾਰ ਕੇ ਪੈਸਾ ਕੱਢਣਾ ਨਹੀਂ ਨਾ, ਕੰਜੂਸੀ ਰਾਮ ਬਣਨਾ, ਇਹ ਐਂ ਹੀ ਖਾਲੀ ਰਹਿ ਜਾਣਾ, ਇੱਥੇ ਹੀ ਛੱਡ ਜਾਓਗੇ ਭਾਈ ਸਾਹਿਬ। ਕਿਉਂਕਿ ਜ਼ਿੰਦਗੀ ਦੀ ਹਕੀਕਤ ਕੀ ਹੈ? ਕਿਉਂ ਗਾਫਲ ਹੋ ਕੇ ਸੁੱਤਾ ਹੈ, ਅੱਖਾਂ ਮਿੱਟੀ ਐ ਇਨਸਾਨ, ਜਾਗ ਕੇ ਆਪਣਾ ਕੰਮ ਮੁਕਾ ਲੈ, ਜਿਸ ਲਈ ਆਇਆ ਵਿੱਚ ਜਹਾਨ। ਇਹ ਸਮਾਂ ਫਿਰ ਹੱਥ ਨਹੀਂ ਆਉਣਾ ਜਦੋਂ ਫੂਕ ਨਿਕਲ ਗਈ, ਇਹ ਸਮਾਂ ਫਿਰ ਹੱਥ ਨਹੀਂ ਆਉਣਾ, ਤੂੰ ਪਛਤਾਏਗਾ ਇਨਸਾਨ। ਇਸ ਦੁਨੀਆ ਦੇ ਅੰਦਰ ਬੰਦੇ 4 ਦਿਨਾਂ ਦਾ ਤੂੰ ਮਹਿਮਾਨ, ਮਾਨਸ ਜਨਮ ਅਮੋਲਕ ਪਾਇਆ, ਇਸ ਦਾ ਮਿਲਣਾ ਨਹੀਂ ਆਸਾਨ। क्योंकि रात गवाई सोए के, दिवस गवाया खाए, हीरे जैसा जन्म था कौडी बदला जाए। आ खा पी के ऐश करके बैंक ने बैलेंस भर के चले जाने हो, ये जरा फिर अखीर जिदन फूक निकल गई, सब इत्थे ही रह जाने। अज आपां हर दुनिया का बंदा गुरु नानक देव जी नूं सिजदा करदा है,
ਇੱਜ਼ਤ ਮਾਨ ਕਰਦਾ, ਸਿਰ ਝੁਕਾਉਂਦਾ। ਕਿਉਂ? ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜਿਉਂਦੇ ਜੀ ਆਪਣੇ ਹੱਥਾਂ ਨਾਲ ਲੋੜਵੰਦਾਂ ਦੀ ਸੇਵਾ ਕੀਤੀ ਸੀ। ਹਿਸਟਰੀ ਵਿੱਚ ਆਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਜਿਹੜੇ ਫਾਦਰ ਸੀ ਕਾਲੂ ਜੀ, ਉਹਨਾਂ ਨੇ ਨਾਨਕ ਨੂੰ 20 ਰੁਪਏ ਦਿੱਤੇ ਕਿ ਨਾਲ ਦੇ ਸ਼ਹਿਰ ਵਿੱਚ ਜਾ ਕੇ ਵਪਾਰ ਕਰ ਤੇ ਨਫਾ ਕਮਾ। ਉਹ ਜਦੋਂ ਜਾਣ ਲੱਗੇ ਜੰਗਲ ਵਿੱਚ, ਉਹਨਾਂ ਨੂੰ ਭੁੱਖੇ ਸਾਧੂ ਮਿਲ ਗਏ ਜਿਨ੍ਹਾਂ ਨੇ ਰੋਟੀ ਨਹੀਂ ਖਾਧੀ ਸੀਗੀ। ਸੋ ਗੁਰੂ ਨਾਨਕ ਸਾਹਿਬ ਨੇ ਸੋਚਿਆ ਵੀ ਸੱਚਾ ਸੌਦਾ, ਲਾਹੇਵੰਦ ਸੌਦਾ ਹੀ ਆ। ਉਹ 20 ਰੁਪਏ ਦੇ ਜਾ ਕੇ ਰਾਸ਼ਨ ਪਾਣੀ ਲਿਆਏ ਤੇ ਉਹਨਾਂ ਭੁੱਖਿਆਂ ਨੂੰ ਜਿਹੜਾ ਸੀਗਾ ਭੋਜਨ ਛਕਾਇਆ। ਉਹਨਾਂ ਨੇ 20 ਤੋਂ 30 ਨਹੀਂ ਬਣਾਏ, ਉਹਦੀ ਥਾਂ ਤੇ ਪੁੰਨਦਾਨ ਕਰਨ ਨੂੰ, ਲੋੜਵੰਦਾਂ ਦੀ ਹੈਲਪ ਕਰਨ ਨੂੰ ਤਰਜੀਹ ਦਿੱਤੀ, ਪ੍ਰੈਫਰੈਂਸ ਦਿੱਤੀ। ਕਰਤਾਰਪੁਰ ਦੇ ਵਿੱਚ ਆਪਣੀ ਹੱਥੀਂ ਖੇਤੀ ਕੀਤੀ ਤੇ ਹੱਕ ਹਲਾਲ ਦੀ ਕਮਾਈ ਵਿੱਚੋਂ ਮੁਫਤ ਲੰਗਰ ਲਗਾਇਆ, ਜੋ ਅੱਜ ਦੁਨੀਆ ਦੇ ਹਰ ਗੁਰਦੁਆਰੇ ਦੇ ਅੰਦਰ ਮੁਫਤ ਲੰਗਰ ਖਵਾਇਆ ਜਾਂਦਾ ਹੈ। ਜੇ ਗੁਰੂ ਨਾਨਕ ਸਾਹਿਬ ਦੀ ਮੈਨੂੰ ਤੁਕ ਯਾਦ ਆ ਗਈ, ਜਿਹੜੀ ਕਿ ਮੇਰੇ ਖਿਆਲ ਗੁਰੂ ਗ੍ਰੰਥ ਸਾਹਿਬ ਦੇ ਪੇਜ 468 ਦੇ ਉੱਤੇ 11ਵਾਂ ਸ਼ਲੋਕ ਹੈ। ਕਹਿੰਦੇ ਵਨ ਨੋਜ਼ ਦਾ ਟਰੁਥ, ਜੇ ਸਚਾਈ ਜਾਣਨੀ ਹੈ ਨਾ, ਇਟ ਇਜ਼ ਓਨਲੀ ਪੋਸੀਬਲ ਵੈਨ ਹੀ ਨੋਜ਼ ਦਾ ਟਰੂ ਵੇ ਆਫ ਲਾਈਫ। ਜ਼ਿੰਦਗੀ ਬਤੀਤ ਕਿਵੇਂ ਕਰਨੀ ਹੈ, ਜਦੋਂ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਆ ਗਿਆ ਨਾ, ਫੇਰ ਹੀ ਸਾਨੂੰ ਸਚਾਈ ਪਤਾ ਲੱਗੂਗੀ। ਸ਼ੋਇੰਗ ਮਰਸੀ ਟੂ ਬੀਇੰਗਸ ਮੇਕਸ ਡੋਨੇਸ਼ਨ ਐਂਡ ਚੈਰਿਟੀ। ਜ਼ਿੰਦਗੀ ਦੇ ਵਿੱਚ ਕੋਈ ਚੰਗਾ ਕੰਮ ਕਰਨਾ, ਡੋਨੇਸ਼ਨ ਦਿਓ, ਪੁੰਨਦਾਨ ਕਰੋ। ਸੱਚ ਤਾਂ ਪਰ ਜਾਣੀਏ ਜਾ ਸਿੱਖ ਸਾਚੀ ਲਏ, ਦਇਆ ਜਾਣੇ ਜੀ ਕੀ ਕੁਛ ਪੁੰਨਦਾਨ ਕਰੇ। ਇਹ ਲਿਖਿਆ ਉੱਥੇ। ਹਮੇਸ਼ਾ ਦਾਨ ਸੋਚ ਸਮਝ ਕੇ ਕਰਨਾ ਚਾਹੀਦਾ ਹੈ। ਜਿਵੇਂ ਖੇਤ ਦੀ ਮਿੱਟੀ ਦੇਖਦੇ ਆ ਨਾ ਵੀ ਉਪਜਾਊ ਹੈ, ਫੇਰ ਹੀ ਅਸੀਂ ਬੀਜ ਪਾਉਣੇ ਆ। ਜੇ ਮਿੱਟੀ ਨਹੀਂ ਉਪਜਾਊ ਤਾਂ ਅਸੀਂ ਬੀਜ ਕੀ ਪਾਵਾਂਗੇ? ਖੇਤ ਪਛਾਣੇ ਬੀਜੇ ਦਾਨ, ਗੁਰੂ ਗ੍ਰੰਥ ਸਾਹਿਬ ਦੇ ਪੇਜ 1411 ਦੇ ਉੱਤੇ ਲਿਖਿਆ ਗਿਆ। ਦਾਨ ਹਮੇਸ਼ਾ ਲੋੜਵੰਦਾਂ ਲਈ, ਭੁੱਖਿਆਂ ਪਿਆਸਿਆਂ ਨੂੰ ਖਿਲਾਓ, ਉਹਨਾਂ ਨੂੰ ਪਿਲਾਓ। ਜਿਨ੍ਹਾਂ ਪਾਸ ਅੱਗੇ ਹੀ ਧਨ ਦੇ ਢੇਰ ਲੱਗੇ ਹੋਏ ਹਨ, ਉਹਨਾਂ ਨੂੰ ਦੇਣ ਦਾ ਕੀ ਲਾਭ? ਗੁਰੂ ਸਾਹਿਬ ਨੇ ਇਹੀ ਗੱਲ ਵੀ ਜਿਹੜੇ ਬੰਦੇ ਆਲਰੇਡੀ ਰੱਜੇ ਹੋਏ ਨੇ, ਵੱਡੇ ਵੱਡੇ ਮਹਿਲ ਪਾਏ ਨੇ, ਵੱਡੇ ਵੱਡੇ ਗੁਰਦੁਆਰੇ ਧਾਰਮਿਕ ਸਥਾਨ ਬਣੇ ਨੇ, ਉਹਨਾਂ ਦੇ ਪ੍ਰਬੰਧਕ ਆਪ ਐਸ਼ ਕਰੀ, ਉਹਨਾਂ ਨੂੰ ਦੇਣ ਦਾ ਫਾਇਦਾ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਪੇਜ 419 ਦੇ ਵਿੱਚ ਸਾਫ਼ ਲਿਖਿਆ, ਕੱਲਰ ਖੇਤੀ ਬੀਜੀਏ ਕਿਉਂ ਲਾਹਾ ਪਾਏ। ਜੇ ਜ਼ਮੀਨ ਉਪਜਾਊ ਨਹੀਂ, ਕਲਰ ਆ, ਉੱਥੇ ਜਿੰਨਾ ਮਰਜ਼ੀ ਬੀਜ ਪਾਈਏ ਉਹਦਾ ਕੋਈ ਫਾਇਦਾ ਨਹੀਂ ਹੋਣਾ। ਇਸੇ ਤਰ੍ਹਾਂ ਹੀ ਅੱਜ ਜਿਹੜੇ ਸਾਡੇ ਧਾਰਮਿਕ ਸਥਾਨ ਨੇ, ਵੱਡੇ ਵੱਡੇ ਬਾਬਿਆਂ ਦੇ ਵੱਡੇ ਵੱਡੇ ਡੇਰੇ ਨੇ, ਉਹਨਾਂ ਕੋਲ ਕੀਮਤੀ ਸੋਨੇ ਹੀਰਿਆਂ ਦੇ ਭੰਡਾਰ ਭਰੇ ਪਏ ਨੇ। ਮੈਂ ਖੁਦ ਦੇਖਿਆ, ਕੋਠੇ ਦੇ ਕੋਠੇ ਲੋਕ ਭਰ ਕੇ ਦਾਨ ਆਉਂਦਾ ਉਹਨਾਂ ਕੋਲੇ। ਇਨ੍ਹਾਂ ਬਾਬਿਆਂ ਕੋਲੇ ਮਹਿੰਗੀਆਂ ਕਾਰਾਂ ਨੇ, ਅਲੀਸ਼ਾਨ ਕਾਰਾਂ 'ਚ ਰਹਿੰਦੇ ਨੇ, ਅਲੀਸ਼ਾਨ ਘਰਾਂ 'ਚ ਰਹਿੰਦੇ ਨੇ, ਹਵਾਈ ਜਹਾਜ਼ ਨੇ। ਇਨ੍ਹਾਂ ਦੀ ਜਿਹੜੀ ਨਲਾਇਕ ਔਲਾਦ ਹੈ ਨਾ, ਉਹ ਵੀ ਸੰਗਤ ਦੇ ਚੜਾਵੇ ਤੇ ਐਸ਼ ਕਰਦੇ ਨੇ। ਇਨ੍ਹਾਂ ਆਲਸੀ ਤੇ ਫਰੇਬੀ ਤੇ ਨਿਖੱਟੂ ਲੋਕਾਂ ਨੂੰ ਦਾਨ ਕਰਕੇ ਇਨ੍ਹਾਂ ਨੂੰ ਮੋਟੇ ਕਰੀ ਜਾਂਦੇ ਅਸੀਂ। ਉੱਪਰੋਂ ਬੜੇ ਮਿੱਠੇ ਬੋਲਦੇ ਨੇ, ਵਿੱਚੋਂ ਰੱਬ ਕੇ ਸ਼ੈਤਾਨ ਨੇ। ਕਹਿਣੀ ਤੇ ਕਰਨੀ ਦਾ ਜ਼ਮੀਨ ਅਸਮਾਨ 'ਚ ਫਰਕ ਹੈ। ਅਸੀਂ ਇਹਨਾਂ ਨੂੰ ਸਮਝਦੇ ਨਹੀਂ, ਕਿਉਂਕਿ ਸੰਗਤ ਅੱਖਾਂ ਮੀਚ ਕੇ ਮਗਰ ਲੱਗੀ ਹੈ। ਇੱਥੇ ਚੜਾਵਾ ਚੜਾਉਣ ਦੀ ਥਾਂ ਇਹਨਾਂ ਨੂੰ ਚੜਾਵੇ ਚੜਾਉਣੇ ਉੜੇ। ਕਈ ਤਾਂ ਬੰਦੇ ਆਪਣੀਆਂ ਜ਼ਮੀਨਾਂ ਡੇਰੇ ਦੇ ਨਾਂ ਤੇ ਲਵਾਉਂਦੇ ਨੇ। ਉਹਨਾਂ ਨੂੰ ਪੁੱਛੋ, ਉਹ ਤੁਹਾਡੀ ਉੱਥੋਂ ਜ਼ਮੀਨ ਵੇਚ ਕੇ ਕਿਤੇ ਹੋਰ ਲੈ ਲੈਂਦੇ। ਉਹਨਾਂ ਦੇ ਕਿਹੜੇ ਬਾਪੂ ਜੀ ਦੇ ਪੈਸੇ ਲੱਗੇ ਨੇ? ਉਹੀ ਜ਼ਮੀਨ ਤੁਸੀਂ ਪਿੰਡ ਵਿੱਚ ਕਿਸੇ ਸਕੂਲ ਨੂੰ ਦੇ ਦਿਓ, ਕਿਸੇ ਹਸਪਤਾਲ ਨੂੰ ਦੇ ਦਿਓ, ਕਿਸੇ ਗਰੀਬ 4 ਬੰਦਿਆਂ ਨੂੰ ਦੇ ਦਿਓ। ਉਹ ਤੁਹਾਡੇ ਪਰਮਾਤਮਾ ਤੁਹਾਡੀ ਬਰਕਤ ਕਰੇਗਾ। ਜਿੱਥੇ ਤੁਸੀਂ ਆ ਡੇਰਿਆਂ ਨੂੰ ਮੁਫਤ ਜ਼ਮੀਨਾਂ ਵੰਡੀ ਜਾਂਦੇ ਹੋ, ਉਹਦੀ ਥਾਂ ਤੇ ਗਰੀਬ ਕੁੜੀਆਂ ਦੀ ਸ਼ਾਦੀ ਕਰਾ ਦਿਓ। ਕਿਸੇ ਗਰੀਬ ਬੱਚੇ ਨੂੰ ਪੜ੍ਹਨ ਦੇ ਲਈ ਉਹਦਾ ਖਰਚਾ ਜ਼ਿੰਦਗੀ ਭਰ ਦਾ ਚੁੱਕ ਲਓ। ਦੇਖ ਲਓ, ਇਹ ਗੱਲਾਂ ਪਰਮਾਤਮਾ ਦੇਖਦਾ। ਅਸੀਂ ਲੋਕਾਂ ਨੂੰ ਖੁਸ਼ ਕਰਨ ਦੀ ਨਾ ਕਰੋ, ਪਰਮਾਤਮਾ ਨੂੰ ਖੁਸ਼ ਕਰੋ। ਕਹਿੰਦੇ ਨੇ, ਇਹ ਸਿੰਬੋਲਿਕ ਗੱਲ ਹੈ, ਮੇਰੇ ਖਿਆਲ ਮੈਂ ਪੜ੍ਹੀ ਸੀ, ਮੈਨੂੰ ਹੁਣ ਇਹ ਨਹੀਂ ਪਤਾ ਕਿੱਥੇ ਪੜ੍ਹੀ ਸੀ, ਕਿ ਇੱਕ ਬਜ਼ੁਰਗ ਹੱਜ ਨੂੰ ਗਿਆ। ਜਦੋਂ ਹੱਜ ਨੂੰ ਗਿਆ ਤਾਂ ਉਹਨੂੰ ਰਾਤ ਨੂੰ ਜਿੱਥੇ ਸੁੱਤਾ ਉੱਥੇ ਸੁਪਨਾ ਆਇਆ ਕਿ 2 ਫਰਿਸ਼ਤੇ ਉਹਨੂੰ ਸੁਪਨੇ 'ਚ ਦਿਖਾਈ ਦਿੱਤੇ। ਇੱਕ ਫਰਿਸ਼ਤਾ ਦੂਜੇ ਨੂੰ ਪੁੱਛਦਾ ਕਿ ਕਿੰਨੇ ਲੋਕਾਂ ਨੇ ਹੱਜ ਕੀਤਾ ਇਸ ਸਾਲ? ਉਹ ਕਹਿੰਦਾ 6 ਲੱਖ ਬੰਦਿਆਂ ਨੇ। ਫਿਰ ਪੁੱਛਦਾ ਹੈ ਵੀ ਕਿਸੇ ਦਾ ਹੱਜ ਕਬੂਲ ਵੀ ਹੋਇਆ? ਦੂਸਰਾ ਕਹਿੰਦਾ ਕਿਸੇ ਦਾ ਨਹੀਂ ਕਬੂਲ ਹੋਇਆ, ਹਾਲਾਂਕਿ 6 ਲੱਖ ਬੰਦਿਆਂ ਨੇ ਹੱਜ ਕੀਤਾ। ਪਰ ਉਹ ਕਹਿੰਦੇ ਸਿਰਫ ਇੱਕ ਬੰਦੇ ਦਾ ਹੱਜ ਕਬੂਲ ਹੋਇਆ। ਉਹ ਦਮਸ਼ਕ ਸ਼ਹਿਰ ਦੇ ਵਿੱਚ ਇੱਕ ਮੋਚੀ ਹੈ। ਉਹ ਹੱਜ ਕਰਨ ਲਈ ਪਹੁੰਚ ਨਹੀਂ ਸਕਿਆ, ਪਰ ਉਹਨੇ ਜਿੰਨੀ ਵੀ ਕਮਾਈ ਇਕੱਠੀ ਕੀਤੀ ਸੀ, ਜਿੰਨੇ ਵੀ ਪੈਸੇ ਟਕੇ ਜੋੜੇ ਸੀ ਕਿ ਮੈਂ ਉੱਥੇ ਮੱਕੇ ਮਦੀਨੇ ਜਾ ਕੇ ਮੇਰਾ ਖਰਚਾ ਹੋਊਗਾ, ਉਹ ਸਾਰੇ ਦੇ ਸਾਰੇ ਪੈਸੇ ਆਪਣੇ ਗਵਾਂਢੀ ਨੂੰ ਦੇ ਦਿੱਤੇ। ਜਦੋਂ ਉਹਨੂੰ ਪਤਾ ਲੱਗਿਆ ਕਿ ਇਹ ਤਾਂ ਭੁੱਖੇ ਮਾਰੇ ਨੇ ਤੇ ਘਰ ਰੋਟੀ ਨਹੀਂ ਪੱਕ ਰਹੀ,
ਇਸ ਕਰਕੇ ਉਹਦਾ ਕਬੂਲ ਹੋਇਆ। ਇਹ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਗੁਰਦੁਆਰੇ, ਮੰਦਿਰ, ਮਸਜਿਦ, ਧਾਰਮਿਕ ਸਥਾਨਾਂ ਤੇ ਜਾ ਕੇ ਦਾਨ ਕਰਦੇ ਹੋ, ਉਹਦੇ ਨਾਲ ਜਦੋਂ ਤੁਸੀਂ ਕਿਸੇ ਗਰੀਬ ਦੀ ਕਰਦੇ ਹੋ, ਪ੍ਰਮਾਤਮਾ ਉਹਦੇ ਵਿੱਚ ਲੱਖ ਟਾਈਮ ਬਰਕਤ ਪਾਉਂਦਾ ਹੈ। ਜਦੋਂ ਅਸੀਂ ਦਾਨ ਕਰਦੇ ਹਾਂ, ਦੇਖ ਲਓ, ਸਾਨੂੰ ਅੰਦਰੋਂ ਖੁਸ਼ੀ ਹੁੰਦੀ ਹੈ। 1 ਮਿੰਟ ਤਾਂ ਲੱਗਦਾ ਵੀ ਇਹ 1000 ਗਿਆ, 500 ਗਿਆ, 50 ਗਏ, ਪਰ ਜਦੋਂ ਤੁਸੀਂ ਦੇ ਦਿੰਦੇ ਹੋ ਤੁਹਾਨੂੰ ਅੰਦਰੋਂ ਪੱਕੀ ਖੁਸ਼ੀ ਹੁੰਦੀ ਹੈ, ਕਿਉਂਕਿ ਖੁਸ਼ੀ ਸਾਡੇ ਅੰਦਰ ਹੈ। ਦਾਨ ਕਰਨ ਨਾਲ ਜਿੱਥੇ ਉਹਦਾ ਫਾਇਦਾ ਕੀ ਹੁੰਦਾ ਹੈ, ਇਸ ਜਹਾਨ ਵਿੱਚ ਵੀ ਖੁਸ਼ੀ ਮਿਲਦੀ ਹੈ ਤੇ ਦੂਜੇ ਜਹਾਨ ਵਿੱਚ ਵੀ। ਦੋਨਾਂ ਜਹਾਨਾਂ ਦੇ ਵਿੱਚ ਪੁੰਨ ਦਾਨ ਕਰਨ ਨਾਲ ਸਾਨੂੰ ਖੁਸ਼ੀ ਮਿਲਦੀ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਦਾਨ ਸੇ ਸਸਤਾ और ना सौदा, दान से सस्ता और ना सौदा, दुनिया के बाजार में 2 जहां का मालिक मिलता बस थोड़े से प्यार में। 2 जहान किहड़े ने? एक जहान वो है जिहड़े असीं अपनी अखां नाल देखते हैं, जिवें धरती है, सूरज है, चंद है, आकाश है। दूजा जहान वो है जिहड़ा आपां आ अखां नाल नहीं देखदे, वो अंदरलियां अखां नाल देखदे हां। ਉਹ ਜਾਂ ਐਂ ਕਹਿ ਲਓ ਵੀ ਦੂਜਾ ਜਿਹੜਾ ਜਹਾਨ ਹੈ, ਇੱਕ ਤਾਂ ਜੰਮਣ ਤੋਂ ਪਹਿਲਾਂ ਜਿਹੜਾ ਸੀਗਾ ਤੇ ਜਾਂ ਮਰ ਕੇ ਜਿੱਥੇ ਜਾਵਾਂਗੇ ਉਹ ਦੂਸਰਾ ਜਹਾਨ ਹੈ। ਜਾਂ ਇਹਨੂੰ ਹੋਰ ਤਰੀਕੇ ਨਾਲ ਕਹਿ ਲਓ, 2 ਜਹਾਨਾਂ ਦਾ ਕੀ ਮਤਲਬ ਹੈ? ਇਸ ਜ਼ਿੰਦਗੀ के 2 जहां, एक ये जहां, एक वो जहां, इस 2 जहां के बीच, इस 2 जहां के बीच में एक फासला है श्वास का, ब्रेथ का। अगर चल रहा तो ये जहां, अगर निकल गया तो वो जहां। सो चंगे काम, नेक पा काम करदे हो, पुण्यदान करदे हो, दोनों जहानां दे विच फायदा हुंदा है। अन्नदान, वस्त्रदान, विद्यादान, पैसे दान, ਇਹ ਪੈਸੇ ਤੁਸੀਂ ਦਾਨ ਦਿੰਨੇ ਆ ਨਾ, ਵਿਦਿਆ ਦਿੰਨੇ ਆ, ਵਸਤਰ ਦਿੰਨੇ ਆ, ਕੋਈ ਵੀ ਚੀਜ਼ ਦਾਨ ਦਿੰਨੇ ਆ, ਇਹਦੇ ਨਾਲ ਸਾਡੀ ਜਿਹੜੀ ਹੈ ਮੋਹ ਹੈ ਨਾ, ਉਦੋਂ ਮੁਕਤੀ ਮਿਲਦੀ ਹੈ। ਇਹਨਾਂ ਚੀਜ਼ਾਂ ਨੂੰ ਦਾਨ ਕਰਕੇ ਸਾਡੇ ਵਿੱਚ ਡਿਟੈਚਮੈਂਟ ਦੀ ਭਾਵਨਾ ਹੁੰਦੀ ਹੈ। ਨਹੀਂ ਤਾਂ ਕਰ ਲਓ ਇਕੱਠਾ, ਕਰ ਲਓ ਇਕੱਠਾ, ਕਰ ਲਓ ਇਕੱਠਾ। ਜੋ ਦਾਨ ਦਿੰਨੇ ਆ ਫਿਰ ਸਾਡੇ ਵਿੱਚ ਇਹ ਹੌਲੀ ਹੌਲੀ ਜਿਹੜੀ ਹੈਗੀ ਇਹ ਭਾਵਨਾ ਆ ਜਾਂਦੀ ਹੈ ਵੀ ਇਹ ਬਾਹਲੇ ਇਕੱਠੇ ਕਰਨ ਦੀ ਕੋਈ ਫਾਇਦਾ ਨਹੀਂ, ਇਹਨਾਂ ਇਹ 'ਚ ਕੁਝ ਦਿਓ, ਤਿਲ ਫੁੱਲ ਦਿਓ। ਇੱਕ ਹੱਥ ਨਾਲ ਦਿੱਤਾ ਦਾਨ ਹਮੇਸ਼ਾ, ਇੱਕ ਹੱਥ ਨਾਲ ਦਿੱਤਾ ਦਾਨ ਹਮੇਸ਼ਾ ਹਜ਼ਾਰਾਂ ਹੱਥਾਂ ਨਾਲ ਵਾਪਸ ਮਿਲਦਾ ਹੈ। ਦਾਨ ਦੇਣ ਨਾਲ ਧਨ ਘਟਦਾ ਨਹੀਂ, ਸਗੋਂ ਉਸ ਵਿੱਚ ਬਰਕਤ ਪੈਂਦੀ ਹੈ। ਦੇਖ ਲਓ, ਜਿਵੇਂ ਅਸੀਂ ਇੱਕ ਅੰਬ ਦੀ ਗੁਠਲੀ ਜ਼ਮੀਨ 'ਚ ਪਾਉਂਦੇ ਆ ਨਾ, ਸਮਾਂ ਪਾ ਕੇ ਇੱਕ ਗੁਠਲੀ ਤੋਂ ਦਰਖਤ ਬਣਦਾ, ਦਰਖਤ ਤੋਂ ਲੱਖਾਂ ਅੰਬ ਲੱਗਦੇ ਨੇ। ਇਸੇ ਤਰ੍ਹਾਂ ਜਦੋਂ ਅਸੀਂ ਥੋੜਾ ਜਿਹਾ ਪੁੰਨਦਾਨ ਕਰਦੇ ਹਾਂ ਵਿਸ਼ਵਾਸ ਦੇ ਨਾਲ, ਤਾਂ ਪ੍ਰਮਾਤਮਾ ਸਾਨੂੰ ਮਾਲੋ ਮਾਲ ਕਰ ਦਿੰਦਾ ਹੈ। ਪਰ ਗੱਲ ਤਾਂ ਵਿਸ਼ਵਾਸ ਦੀ ਹੈ। ਅਸੀਂ ਜੇ ਵਿਸ਼ਵਾਸ ਕਰਦੇ ਹਾਂ ਨਾ, ਤਾਂ ਹੀ ਤਾਂ ਅਸੀਂ ਪਹਿਲਾਂ ਰੋਟੀ ਖਾਂਦੇ ਹਾਂ ਕਿ ਮੇਰਾ ਪੇਟ ਭਰ ਜਾਊਗਾ। ਨਹੀਂ ਕਿਤੇ ਤਾਂ ਨਹੀਂ ਕਹਿੰਦਾ ਪਹਿਲਾਂ ਪੇਟ ਭਰੇ ਫੇਰ ਮੈਂ ਰੋਟੀ ਖਾਊਂਗਾ। ਜਾਂ ਅਸੀਂ ਨਹਾਉਣੇ ਆ ਵੀ ਸਰੀਰ ਤੰਦਰੁਸਤ ਹੋ ਜਾਏ, ਪਹਿਲਾਂ ਤੰਦਰੁਸਤ ਹੋਏ ਫੇਰ ਨਹਾਵਾਂਗੇ ਆਪਾਂ। ਇਸ ਤਰ੍ਹਾਂ ਨਹੀਂ ਹੁੰਦਾ। ਪਹਿਲਾਂ ਸਾਨੂੰ ਵਿਸ਼ਵਾਸ ਕਰਕੇ ਦੇਣਾ ਪੈਂਦਾ, ਜਿਵੇਂ ਅੰਬ ਦੀ ਗੁਠਲੀ ਜ਼ਮੀਨ 'ਚ ਪਾਈ ਤੇ ਫੇਰ ਦਰਖਤ ਹੋ ਗਏ। ਇਸੇ ਤਰ੍ਹਾਂ ਹੀ ਸਾਨੂੰ ਵਿਸ਼ਵਾਸ ਕਰੋ ਕਿ ਜਦੋਂ ਅਸੀਂ ਕਿਸੇ ਗਰੀਬ ਗਰੂਬੇ ਦੀ ਹੈਲਪ ਕਰਦੇ ਹਾਂ ਨਾ, ਤਾਂ ਪਰਮਾਤਮਾ ਸਾਨੂੰ ਉਹਦੀਆਂ ਪਲੈਨਿੰਗਸ ਦਾ ਨਹੀਂ ਪਤਾ। ਦੇਖੋ, ਇੱਕ ਵਾਰ ਇੱਕ ਫਕੀਰ ਕੁਟੀਆ 'ਚ ਰਹਿੰਦਾ ਸੀ। ਉਹਦੇ ਕੋਲੇ ਇੱਕ ਕੁੱਤਾ ਰਹਿੰਦਾ ਸੀ ਖੇਤਾਂ ਦੇ ਵਿੱਚ। 2 ਦਿਨ ਤੋਂ ਉਹਨੇ ਰੋਟੀ ਨਹੀਂ ਖਾਧੀ। ਅਚਾਨਕ ਇੱਕ ਨੌਜਵਾਨ ਆਇਆ ਤੇ ਉਹ ਫਕੀਰ ਨੂੰ ਰੋਟੀ ਲੈ ਆਇਆ। ਫਕੀਰ ਨੇ ਪੂਣਾ ਖੋਲਿਆ, ਇੰਨੇ ਨੂੰ ਕੁੱਤਾ ਆ ਗਿਆ। ਕੁੱਤਾ ਫਕੀਰ ਕੰਨੀ ਝਾਕਣ ਲੱਗਿਆ। ਫਕੀਰ ਨੇ 2 ਰੋਟੀਆਂ ਜਾ ਕੇ ਕੁੱਤੇ ਨੂੰ ਪਾਤੀਆਂ। ਕੁੱਤੇ ਨੇ ਰੋਟੀਆਂ ਖਾਧੀਆਂ, ਉਹ ਫੇਰ ਝਾਕਣ ਲੱਗਾ। ਫਕੀਰ ਨੇ 2 ਰੋਟੀਆਂ ਹੋਰ ਪਾਤੀਆਂ, ਉਹ ਵੀ ਖਾ ਲੀਆਂ ਕੁੱਤੇ ਨੇ। ਤੇ ਫਕੀਰ ਨੇ ਜਿਹੜੀ ਦੇਖਿਆ ਪੂਣੇ 'ਚ ਇੱਕ ਰੋਟੀ ਬਚੀ ਸੀ ਹੋਰ, ਉਹਨੇ ਉਹ ਵੀ ਪਾਤੀ, ਕੁੱਤੇ ਨੇ ਖਾ ਲਈ। ਉਹ ਜਿਹੜਾ ਮੁੰਡਾ 5 ਰੋਟੀਆਂ ਲੈ ਕੇ ਆਇਆ ਸੀਗਾ, ਉਹ ਕਹਿੰਦਾ, ਬਾਬਾ ਜੀ ਤੁਸੀਂ ਆ ਸਾਰੀਆਂ ਦੇ ਸਾਰੀਆਂ ਰੋਟੀਆਂ ਕੁੱਤੇ ਨੂੰ ਪਾਤੀਆਂ, ਮੈਂ ਤਾਂ ਤੁਹਾਡੇ ਲਈ ਲੈ ਕੇ ਆਇਆ ਸੀ, ਤੁਸੀਂ 2 ਦਿਨ ਤੋਂ ਰੋਟੀ ਨਹੀਂ ਖਾਧੀ। ਇਹ ਤੁਸੀਂ ਜੇ ਕਰਨਾ ਹੀ ਸੀ, ਥੋੜੀਆਂ ਜਿਹੀ 1-2 ਰੋਟੀ ਕੁੱਤੇ ਨੂੰ ਪਾ ਦੇਣੀ ਸੀ, ਬਾਕੀ ਆਪ ਖਾ ਲੈਣੀ ਸੀ। ਉਹ ਫਕੀਰ ਕਹਿੰਦਾ, ਬੇਟਾ ਗੱਲ ਇਹ ਹੈ, ਮੈਨੂੰ ਪਤਾ ਹੈ ਕਿ ਮੈਨੂੰ ਵੀ ਭੁੱਖ ਲੱਗੀ ਸੀ, ਪਰ ਮੇਰੀ ਭੁੱਖ ਨਾਲੋਂ ਜ਼ਰੂਰੀ ਕੁੱਤੇ ਦੀ ਭੁੱਖ ਹੈ, ਕਿਉਂਕਿ ਮੈਂ ਤਾਂ ਕਿਤੇ ਹੋਰ ਜਾ ਕੇ ਵੀ ਖਾ ਲੂੰ, ਪਰ ਕੁੱਤਾ ਕਿੱਥੇ ਜਾਊਗਾ ਏਡੀ ਦੂਰ। ਨਾਲੇ ਜੇ ਮੈਂ ਆਪਣੀ ਭੁੱਖ ਨੂੰ ਮਾਰ ਕੇ ਥੋੜਾ ਜਿਹਾ ਕਸ਼ਟ ਸਹਿ ਲਿਆ ਤੇ ਪ੍ਰਮਾਤਮਾ ਦੇਖਦਾ, ਉਹਦੇ ਪਤਾ ਨਹੀਂ ਕਿਹੜੀਆਂ ਸਕੀਮਾਂ ਨੇ। ਆਪਾਂ ਨੂੰ ਪਤਾ ਨਹੀਂ ਲੱਗਦਾ, ਆਪਾਂ ਨੂੰ ਤਾਂ ਲੱਗਦਾ ਕਿ ਮੇਰਾ ਨੁਕਸਾਨ ਹੋ ਗਿਆ, ਮੈਂ 5 ਰੋਟੀਆਂ ਦੇ ਦਿੱਤੀਆਂ। ਉਹ ਮੁੰਡਾ ਕਹਿੰਦਾ, ਦੇਖੋ ਜੀ, ਮੈਨੂੰ ਤਾਂ ਬਾਬਾ ਜੀ ਤੁਹਾਡੀ ਫਿਲਾਸਫੀ ਕੋਈ ਸਮਝ ਨਹੀਂ ਲੱਗਦੀ। ਪਹਿਲਾਂ ਤੁਸੀਂ ਆਪਣੀ ਭੁੱਖ ਦਾ ਫਿਕਰ ਕਰਦੇ ਤੇ ਥੋੜੀ ਬਹੁਤੀ ਕੁੱਤੇ ਨੂੰ ਦੇ ਆਂਦੇ, ਫਿਰ ਮੈਨੂੰ ਤਾਂ ਪਤਾ ਨਹੀਂ ਸਾਰੀਆਂ ਕੁੱਤੇ ਨੂੰ ਪਾਤੀਆਂ, ਮੈਨੂੰ ਨਹੀਂ ਸਮਝ ਲੱਗੀ ਕੀ ਗੱਲ ਹੈ। ਫਕੀਰ ਉਸ ਨੌਜਵਾਨ ਨੂੰ ਲੈ ਕੇ ਸ਼ਹਿਰ ਵੱਲ ਚੱਲ ਪਿਆ। ਰਸਤੇ ਵਿੱਚ ਉਹ ਇੱਕ ਨਵਾਬ ਦੀ ਕੋਠੀ ਦੇ ਅੱਗੇ ਦੀ ਲੰਘ ਰਹੇ ਸੀਗੇ, ਤਾਂ ਪਿੱਛੋਂ ਨਵਾਬ ਨੇ ਭੱਜ ਕੇ ਆ ਕੇ ਆਵਾਜ਼ ਮਾਰੀ ਕਿ ਫਕੀਰ ਸਾਹਿਬ, ਫਕੀਰ ਬਾਬਾ ਰੁਕੋ ਰੁਕੋ ਰੁਕੋ। ਉਹ ਰੁਕ ਗਏ।
ਉਹਨੇ ਕਿਹਾ ਸੇਠ ਨੇ ਜਾਂ ਨਵਾਬ ਨੇ ਕਿ ਮੇਰੇ ਘਰ ਵਿੱਚ ਅੱਜ ਸ਼ਰਾਧ ਹੈ, ਮੈਂ ਕਿਸੇ ਚੰਗੇ ਸੰਤ ਮਹਾਂਪੁਰਸ਼ ਦੀ ਉਡੀਕ ਕਰ ਰਿਹਾ ਸੀ, ਪਲੀਜ਼ ਮੇਰੇ ਘਰ ਵਿੱਚ ਆ ਕੇ ਭੋਜਨ ਕਰੋ ਤੇ ਮੇਰੇ ਜਿਹੜੇ ਸ਼ਰਾਧ ਹੈ ਸੁੱਖਿਆ ਹੋਇਆ ਉਹਨੂੰ ਸਫਲ ਕਰੋ। ਉਹ ਅੰਦਰ ਆ ਗਏ। ਨਵਾਬ ਨੇ ਫਰਸ਼ ਤੇ ਕਲੀਨ ਵਿਛਾਇਆ, ਜਿਹਨੂੰ ਆਪਾਂ ਕਾਰਪੇਟ ਕਹਿ ਸਕਦੇ ਹਾਂ, ਗਲੀਚਾ ਕਹਿ ਦਿੰਦੇ ਹਾਂ, ਉਹਦੇ ਉੱਪਰ ਚਿੱਟੀ ਚਾਦਰ ਵਿਛਾਈ, ਉਹਨੂੰ ਕਹਿੰਦੇ ਬੈਠੋ ਇੱਥੇ। ਤੇ ਨਵਾਬ ਅੰਦਰ ਗਿਆ, ਚਾਂਦੀ ਦੀ ਥਾਲੀ ਵਿੱਚ 36 ਪ੍ਰਕਾਰ ਦੇ ਭੋਜਨ ਲਿਆ ਕੇ ਉਹਨਾਂ ਦੇ ਅੱਗੇ ਰੱਖਤੇ ਤੇ ਨਵੇਂ ਜਾਂਦੇ ਹੋਏ ਕੱਪੜੇ ਦਿੱਤੇ, ਦਕਸ਼ਨਾ ਦਿੱਤੀ। ਫਕੀਰ ਨੇ ਨੌਜਵਾਨ ਨੂੰ ਕਿਹਾ, ਦੇਖ ਬੇਟਾ, ਤੈਨੂੰ ਸਮਝ ਆਈ ਰੱਬ ਦੀ ਲੀਲਾ? ਪਹਿਲਾਂ ਮੈਂ ਰੋਟੀ ਪੁੰਜੇ ਬੈਠ ਕੇ ਖਾਣੀ ਸੀ, ਹੁਣ ਆਪਾਂ ਕਲੀਨ ਤੇ ਬੈਠੇ ਹਾਂ, ਮਤਲਬ ਵਧੀਆ ਕਲੀਨ ਤੇ ਕਾਰਪੇਟ ਤੇ ਚਾਦਰ ਤੇ ਬੈਠੇ ਹਾਂ। ਪਹਿਲਾਂ ਰੋਟੀ ਹੱਥ ਤੇ ਰੱਖ ਕੇ ਖਾਣੀ ਸੀ, ਹੁਣ ਆਪਾਂ ਚਾਂਦੀ ਦੀ ਥਾਲੀ ਵਿੱਚ ਖਾ ਰਹੇ ਹਾਂ। ਉਦੋਂ ਰੋਟੀ ਵਿੱਚ ਅਚਾਰ ਸੀਗਾ, ਹੁਣ ਆਪਾਂ 36 ਪ੍ਰਕਾਰ ਦੇ ਭੋਜਨ ਖਾ ਰਹੇ ਹਾਂ। ਇਹ ਫਕੀਰ ਦਾ ਵਿਸ਼ਵਾਸ ਸੀ। ਜਦੋਂ ਵੀ ਤੁਸੀਂ ਦਾਨ ਪੁੰਨ ਕਰੋ, ਇਹ ਦੱਸੋ ਘਟਦਾ ਕੁਝ ਨਹੀਂ ਹੈ, ਤੁਹਾਨੂੰ ਅੰਦਰੋਂ ਵੀ ਸ਼ਾਂਤੀ ਮਿਲੂਗੀ, ਕਿਸੇ ਨਾ ਕਿਸੇ ਹੋਰ ਰੂਪ ਦੇ ਵਿੱਚ ਆ ਕੇ ਤੁਹਾਨੂੰ ਮਿਲ ਜੂਗਾ। ਮੈਂ ਤੁਹਾਨੂੰ ਆਪਣੀ ਗੱਲ ਸੁਣਾ ਦੇਣਾ। ਮੈਨੂੰ ਯਾਦ ਹੈ ਕਿ 70s ਦੇ ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਪੜ੍ਹਦਾ ਸੀ। ਇੱਕ ਵਾਰੀ ਕੀ ਹੋਇਆ ਕਿ ਮੈਂ ਬਾਹਰੋਂ ਆਇਆ ਤੇ ਰਾਤ ਦੀ ਜਿਹੜੀ ਹੋਸਟਲ ਦੇ ਵਿੱਚ ਡਿਨਰ ਮਿਸ ਕਰਤਾ। ਨੌਜਵਾਨ ਸੀਗਾ, ਮੈਂ ਸੋਚਿਆ ਵੀ ਚਲੋ ਚਾਹ ਚੂ ਪੀ ਕੇ ਸਰ ਜੂਗਾ। 11-12 ਵਜੇ ਰਾਤ ਨੂੰ ਜ਼ੋਰ ਦੀ ਭੁੱਖ ਲੱਗੀ, ਕੰਟੀਨ ਬੰਦ ਹੋ ਗਈ, ਕਮਰੇ 'ਚ ਕੁਝ ਹੁੰਦਾ ਹੀ ਨਹੀਂ ਸੀ ਕਿਉਂਕਿ ਗਰੀਬ ਸੀਗੇ। ਸਿੱਧੀ ਗੱਲ ਮੈਂ ਤੁਹਾਨੂੰ ਹੁਣੀ ਦੱਸ ਦੇਣਾ। ਬਾਹਰ ਯੂਨੀਵਰਸਿਟੀ ਦੇ ਆ ਗਏ, ਸਾਰੇ ਢਾਬੇ ਜੇ ਬੰਦ ਹੋ ਗਏ ਸੀ। ਇੱਕ ਚਾਹ ਦੀ ਇਕੱਲੀ ਦੁਕਾਨ ਸੀ, ਚਾਹ ਤੇ ਮੱਠੀਆਂ ਦੀ ਚਾਹ ਤਾਂ ਮੇਰੇ ਕੋਲ ਅੰਦਰ ਵੀ ਮੈਂ ਪੀ ਲਈ ਸੀਗੀ। ਤੇ ਉੱਥੇ ਟਰੱਕ ਰੁਕਦੇ ਹੁੰਦੇ ਸੀਗੇ। ਮੈਂ ਕਿਸੇ ਟਰੱਕ ਵਾਲ ਨੂੰ ਰਿਕੁਐਸਟ ਕੀਤੀ ਕਿ ਮੈਨੂੰ ਸ਼ਹਿਰ ਛੱਡ ਦੇ, ਸਟੇਸ਼ਨ ਦੇ ਕੋਲੇ ਕੋਈ ਉੱਥੇ ਢਾਬੇ ਹੁੰਦੇ ਨੇ। ਉਹ ਮੈਨੂੰ ਲੈ ਗਿਆ, ਮੈਂ ਸਟੇਸ਼ਨ ਵਾਲੇ ਢਾਬੇ ਤੇ ਆ ਗਿਆ। ਠੰਡੀ ਠੰਡੀ ਹਵਾ ਚੱਲਦੀ ਸੀਗੀ, ਮੈਂ ਮੰਜੇ ਤੇ ਬੈਠ ਗਿਆ ਢਾਬੇ ਤੇ। ਉੱਥੇ ਉਹ ਨੌਕਰ ਆਇਆ ਭਈਆ, ਉਹ ਕਹਿੰਦਾ ਹਾਂਜੀ ਦੱਸੋ ਬਾਊ ਜੀ ਕੀ ਖਾਓਗੇ? ਮੈਂ ਕਿਹਾ ਯਾਰ 2 ਪਰੌਂਠੇ ਲਿਆ ਦੇ, ਦਹੀਂ ਲਿਆ ਦੇ, ਥੋੜਾ ਜਿਹਾ ਮੱਖਣ ਤੇ ਇੱਕ ਚਾਹ ਦਾ ਕੱਪ। ਉਹਨੇ ਲਿਆਤਾ, ਪੈਸਾ ਜੇਬ 'ਚ ਦਵੰਨੀ ਸੀ। ਸੱਚੀ ਗੱਲ ਦੱਸ ਰਿਹਾ ਮੈਂ, ਕਿਸੇ ਹੋਰ ਦੀ ਨਹੀਂ। ਚਾਹ ਪੀਤੀ, ਪਰੌਂਠੇ ਖਾ ਲਏ, ਦਹੀਂ ਖਾ ਲਏ, ਹੋਰ ਖਾ ਲਏ। ਉਹ ਨੌਕਰ ਫੇਰ ਆਇਆ, ਹਾਂਜੀ ਹੋਰ ਦੱਸੋ ਜੀ। ਮੈਂ ਕਿਹਾ ਬਸ। ਉਹ 5 ਮਿੰਟ ਮੰਜੇ ਤੇ ਮੈਂ ਟੇਢਾ, ਉਹ ਫੇਰ ਆ ਗਿਆ, ਕਹਿੰਦਾ ਹਾਂਜੀ ਦੱਸੋ ਹੋਰ। ਮੈਨੂੰ ਪਤਾ ਸੀ ਵੀ ਪੈਸੇ ਮੰਗਦਾ ਜੇ ਹੋਰ ਨਹੀਂ। ਤੇ ਮੈਂ ਉਹਨੂੰ ਕਿਹਾ, ਸੱਚੀ ਗੱਲ ਦੱਸ ਰਿਹਾ, ਮੈਂ ਉਹਨੂੰ ਕਿਹਾ ਵੀ ਤੂੰ ਆਪਣੇ ਮਾਲਕ ਨੂੰ ਬੁਲਾ ਦੇ। ਉਹ ਸਰਦਾਰ ਜੀ ਐ ਪੜਕਾ ਬੰਨਿਆ ਸੀਗਾ। ਮੈਂ ਕਿਹਾ ਭਾਜੀ ਗੱਲ ਇਹ ਆ ਵੀ ਮੈਂ ਖਾ ਲਏ ਪਰੌਂਠੇ ਤੁਹਾਡੇ, ਨਾਲੇ ਮੱਖਣ ਵੀ ਖਾਦਾ, ਦਹੀਂ ਵੀ ਖਾਦਾ ਤੇ ਚਾਹ ਦਾ ਕੱਪ ਪੀਤਾ, ਮੇਰੀ ਜੇਬ 'ਚ ਨਹੀਂ ਪੈਸੇ। ਉਹ ਮੁੰਡਾ ਤੁਹਾਡਾ ਬਾਰ-ਬਾਰ ਆ, ਤੁਸੀਂ ਪੁਲਿਸ ਨੂੰ ਬੁਲਾਉਣਾ ਬੁਲਾ ਲਓ, ਮੇਰੇ ਕੋਲ ਪੈਸੇ ਕੱਖ ਨਹੀਂ ਹੈ। ਜੇ ਪੁਲਿਸ ਨੂੰ ਕਹਿੰਦੇ ਮੈਨੂੰ ਫੜਾਉਣਾ ਫੜਾ ਦਿਓ। ਉਹ ਮੈਨੂੰ ਕਹਿੰਦਾ ਮੈਨੂੰ ਨਹੀਂ ਪਤਾ ਉਹ ਮੈਨੂੰ ਕਿਵੇਂ ਜਾਣਦਾ ਸੀ। ਮੈਨੂੰ ਕਹਿੰਦਾ ਡਾਕਟਰ ਸਾਹਿਬ ਤੁਸੀਂ ਹਮੇਸ਼ਾ ਆ ਕੇ ਖਾਇਆ ਕਰੋ, ਪੈਸੇ ਦਾ ਫਿਕਰ ਨਾ ਕਰੋ। ਤੇ ਮੈਂ ਬੜਾ ਹੈਰਾਨ ਹੋਇਆ ਵੀ ਇਹ ਮੈਨੂੰ ਕਿਵੇਂ ਜਾਣਦਾ। ਤੇ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਮੈਨੂੰ ਜਾਣਦੇ ਨਹੀਂ, ਕਰਦੇ ਨਹੀਂ, ਤੁਸੀਂ ਕਹਿੰਦੇ ਜਦੋਂ ਮਰਜ਼ੀ ਖਾ ਲਓ, ਗੱਲ ਕੀ ਹੈ, ਗੱਲ ਦੱਸੋ ਸੱਚੀ। ਮੈਂ ਅੱਜ ਤੁਹਾਨੂੰ ਤਾਂ ਦੱਸਣ ਲੱਗਿਆ ਵੀ ਫਲ ਦਾ ਕਿੰਨਾ ਫਾਇਦਾ। ਉਹ ਕਹਿੰਦਾ ਜੀ ਵੀ ਮੇਰਾ ਮੁੰਡਾ ਅੰਦਰ ਖੜਾ, ਉਹ ਦੂਰ ਖੜਾ, ਉਹਨੇ ਮੈਨੂੰ ਦੱਸਿਆ ਵੀ ਆਹ ਜਿਹੜੇ ਬੰਦੇ ਆਏ ਨੇ ਡਾਕਟਰ ਸਾਹਿਬ ਨੇ ਪੰਜਾਬੀ ਯੂਨੀਵਰਸਿਟੀ 'ਚ ਰਿਸਰਚ ਕਰਦੇ ਨੇ ਵੀ ਮੇਰਾ 2-3 ਸਾਲ ਪਹਿਲਾਂ, ਕਿਉਂਕਿ ਜਦੋਂ ਰਿਸਰਚ ਕਰਦੇ ਸੀ ਮੈਂ ਮੋਦੀ ਕਾਲਜ ਪਟਿਆਲੇ ਆ, ਉੱਥੇ ਡਿਪਟੀ ਸੁਪਰਡੈਂਟ ਬਣ ਕੇ ਆਉਂਦੇ ਜਦੋਂ ਐਗਜ਼ਾਮ ਹੁੰਦੇ ਸੀ ਬੱਚਿਆਂ ਦੇ। ਸੁਪਰਡੈਂਟ ਹੋਰ ਕੋਈ ਯੂਨੀਵਰਸਿਟੀ 'ਚ ਚਲੇ ਜਾਂਦੇ ਸੀਗੇ। ਉਹ ਮੁੰਡਾ ਕਹਿੰਦਾ ਜੀ ਵੀ ਇਹ ਮੇਰੀ ਡਿਊਟੀ ਲੱਗੀ ਉਸ ਕਮਰੇ 'ਚ, ਸੁਪਰਡੈਂਟ ਨੇ ਆਇਆ ਤੇ ਉਹ ਮੁੰਡੇ ਦੀ ਨਕਲ ਕਰਦਾ ਸੀ ਪਰਚੀ ਨਾਲ, ਤੇ ਉਹਨੂੰ ਪੇਪਰ ਫਾਲੇ ਕਿਉਂਕਿ ਉਹਨੇ ਮੇਰੇ ਕਮਰੇ 'ਚ ਫੜੇ ਸੀਗੇ। ਤੇ ਉਹ ਮੈਨੂੰ ਸੁਪਰਡੈਂਟ ਸਾਹਿਬ ਕਹਿੰਦੇ, ਡਾਕਟਰ ਸਾਹਿਬ ਕਹਿੰਦੇ ਵੀ ਤੁਸੀਂ ਇਹਦੇ ਤੇ ਸਾਈਨ ਕਰੋ ਵੀ ਇਹ ਮੁੰਡਾ 3 ਸਾਲ ਲਈ ਡਿਸਕੁਆਲੀਫਾਈ ਕਰਨਾ ਕਿ ਉਹ ਨਕਲ ਮਾਰਦੀ ਸੀ। ਤੇ ਮੈਂ, ਉਹ ਮੁੰਡਾ ਕਹਿੰਦਾ ਜੀ ਮੇਰੇ ਸਾਹਮਣੇ ਹੀ ਤੁਸੀਂ ਕਹਿਣ ਲੱਗ ਗਏ ਹੋ। ਡਾਕਟਰ ਸਾਹਿਬ ਨੂੰ ਕਹਿੰਦੇ ਜੀ ਕਿਉਂ ਤੁਸੀਂ ਮੁੰਡੇ ਦੀ ਜ਼ਿੰਦਗੀ ਖਰਾਬ ਕਰਦੇ ਹੋ? ਜੇ ਨਕਲ ਮਾਰਦਾ ਤੇ ਇਕੱਲਾ ਥੋੜਾ ਮਾਰਦਾ, ਮੇਰੇ ਕਮਰੇ ਤਾਂ ਸਾਰੇ ਹੀ ਮਾਰਦੇ ਨੇ। ਤੇ ਉਹ ਸਾਰਿਆਂ ਦੀਆਂ ਅਮੀਰਾਂ ਦੀਆਂ, ਕੋਈ SSP ਦਾ ਮੁੰਡਾ ਹੈ, ਕੋਈ DC ਦਾ ਮੁੰਡਾ ਹੈ, ਕੋਈ ਵਾਈਸ ਚਾਂਸਲਰ ਦਾ ਮੁੰਡਾ, ਕੋਈ ਸੇਠ ਦਾ ਮੁੰਡਾ ਹੈ। ਉਹ ਮੇਰੇ ਕੋਲ ਵੀ ਸਿਫਾਰਿਸ਼ਾਂ ਆਈਆਂ ਨੇ ਤੇ ਨਾਲ ਉਹਨਾਂ ਨੇ ਦੱਸਿਆ ਵੀ ਜੀ ਸੁਪਰਡੈਂਟ ਸਾਹਿਬ ਨੂੰ ਵੀ ਕਿਹਾ ਹੋਇਆ ਜੇ ਤੁਸੀਂ ਕਮਰੇ 'ਚ ਹੀ ਚੱਕਰ ਮਾਰਿਆ ਸੀਗਾ ਤੇ ਨਕਲ ਮਾਰਦੇ ਤਾਂ ਹੋਰ ਵੀ ਸੀ, ਉਹਨਾਂ ਨੂੰ ਫੜ ਲੈਣਾ ਸੀਗਾ। ਉਹ ਤਾਂ ਜੇ ਉਹਨਾਂ ਨੂੰ ਫੜ ਲਓਗੇ ਉਹਨਾਂ ਨੇ ਤਾਂ ਅਗਲੇ ਸਾਲ ਫੇਰ ਕਾਲਜ 'ਚ ਐਡਮਿਸ਼ਨ ਲੈ ਲੈਣੀ ਹੈ। ਇਹ ਵਿਚਾਰਾ BA ਫਾਈਨਲ ਦਾ ਸਟੂਡੈਂਟ ਹੈ ਤੇ ਜੇ ਆਪਾਂ ਨਕਲ ਮਾਰਦੇ ਕਰਦੇ ਹੋ ਸਕਦਾ ਇਹਦੀ ਜ਼ਿੰਦਗੀ ਬਰਬਾਦ ਹੋ ਜੇ। ਤੇ ਨਾਲੇ ਇਹਨੂੰ ਪਾਸ ਕਰਾ ਦਿਓ, ਫਿਰ ਅੱਗੇ ਫੇਰ ਸਿਫਾਰਿਸ਼ਾਂ ਚੱਲਣੀਆਂ। ਕਹਿੰਦਾ ਉਹ ਮੁੰਡਾ ਕਹਿੰਦਾ ਵੀ ਮੇਰੀ ਜਿਹੜੀ ਆ ਮੈਂ ਤੁਹਾਡੇ ਸਾਹਮਣੇ ਬੈਠਾ, ਮੇਰੀ ਥੋੜੀ ਜੀ ਰੈਸਿਸਟੈਂਟ ਕਰਕੇ ਮੈਂ ਕਿਹਾ ਉਹਨਾਂ ਨੂੰ, ਸੁਪਰਡੈਂਟ ਨੇ ਉਹਨੂੰ ਛੱਡਤਾ। ਉਹ ਮੁੰਡਾ ਕਹਿੰਦਾ ਜੇ ਉਸ ਦਿਨ ਮੈਨੂੰ ਇਹ ਨਾ ਕਹਿੰਦੇ ਤੇ ਮੈਨੂੰ ਨਕਲ ਮਾਰਨ ਦੇ ਕੇਸ 'ਚ ਫੜ ਲੈਣਾ ਸੀ ਤੇ 3 ਸਾਲ ਮੇਰੇ ਬਰਬਾਦ ਹੋ ਜਾਣੇ ਸੀ। ਇਹਨਾਂ ਨੇ ਛਡਾ ਲਿਆ ਤੇ ਮੈਂ ਅਗਲੇ ਸਾਲ B.Ed ਕਰਕੇ ਟੀਚਰ ਲੱਗ ਗਿਆ। ਉਹ ਕਹਿੰਦੇ ਜੀ ਤੁਹਾਡੀ ਕਿਰਪਾ ਦੇ ਨਾਲ ਮੁੰਡਾ ਟੀਚਰ ਲੱਗਿਆ, ਪਰੌਂਠਿਆਂ ਦੀ ਤਾਂ ਗੱਲ ਹੀ ਕੋਈ ਨਹੀਂ। ਮੈਂ ਦੱਸਣੀ ਚਾਹਣਾ ਵੀ ਜਦੋਂ ਵੀ ਤੁਸੀਂ ਕੋਈ ਚੰਗੇ, ਮੈਨੂੰ ਇਹ ਨਾ ਕਹੀਓ ਨਕਲ ਮਰਵਾਉਂਦਾ, ਮੇਰੀ ਸ਼ੁਰੂ ਤੋਂ ਆਦਤ ਹੈ, ਪੱਕੀ ਗੱਲ ਆ, ਚਾਹੇ ਚੰਗਾ ਕਹੋ ਚਾਹੇ ਮਾੜਾ ਕਹੋ, ਮੇਰੀ ਜਿੱਥੇ ਵੀ ਡਿਊਟੀ ਲੱਗੀ ਹੈ
मैं कहना सीगा भी आ पर्चियां पुर्चियां छोटियां ने ले आओ, किताबां ही ले आओ, कोई गल नहीं। ये दुनिया दे विच की है? ਹੁਣ ਮੈਨੂੰ ਕਹਿੰਗੇ ਤੁਸੀਂ ਤਾਂ ਗਲਤ ਕੰਮ ਕਰਦੇ ਹੋ। ਗਲਤ ਕੰਮ ਜਿਹੜੇ ਸਿਫਾਰਸ਼ੀ ਕਰਾ ਲੈਂਦੇ, ਦਾਰੂ ਦੀ ਬੋਤਲ ਤੇ ਕਰ ਲੈਣੇ, ਪੈਸੇ ਲੈ ਕੇ ਕਰ ਲੈਣੇ, ਉਹਨਾਂ ਨੂੰ ਤਾਂ ਕੋਈ ਪੁੱਛਦਾ ਨਹੀਂ, ਫਿਰ ਉਹਨੇ ਨੌਕਰੀ ਵੀ ਹੇਰਾਫੇਰੀ ਨਾਲ ਕਰ ਲੈਣੀ ਹੈ ਸਿਫਾਰਸ਼ ਨਾਲ। ਗਰੀਬ ਬੱਚਿਆਂ ਦਾ ਕੀ ਦੁੱਖ ਹੈ? ਉਹ ਕਿਤਾਬ ਪੜ੍ਹਨਗੇ, ਮੁੜ ਕੇ ਕਿਤਾਬ ਨਹੀਂ ਵੇਚਣੀ, ਬੜੀ ਮੁਸ਼ਕਿਲ ਨਾਲ ਕਿਤਾਬ ਲਈ। ਤਾਂ ਹੀ ਮੈਂ ਕਹਿੰਦਾ ਪਰਚੀ ਪੂਜੀ ਕਿਤਾਬ ਹੀ ਲਿਆ ਕਰੋ, ਕੋਈ ਗੱਲ ਨਹੀਂ। ਗਰੀਬਾਂ ਦੇ ਲਈ ਮੈਂ ਖੜਾ, ਕਿਉਂਕਿ ਮੇਰਾ ਮਾਲਕ, ਮੈਂ ਅੱਜ ਦੱਸਦਾ ਨਾ ਕਿ ਜੋ ਕੁਝ ਮੇਰੇ ਕੋਲ ਹੈ ਸ਼ਾਇਦ ਇਸੇ ਸੋਚਣੀ ਕਰਕੇ ਮੇਰੇ ਕੋਲ ਸਾਰਾ ਕੁਝ ਹੈ। ਜਿਸ ਦੇ ਪਰਮਾਤਮਾ ਬਲ ਹੈ ਉਹਦੀ ਹਰ ਮੁਸ਼ਕਲ ਦਾ ਹੱਲ ਹੈ। ਆਪਾਂ ਨੇ ਰਮਾਇਣ ਕਈ ਵਾਰ ਪੜ੍ਹੀ ਹੈ, ਉੱਥੇ ਰਾਵਣ ਨੇ ਮਰਨ ਲੱਗੇ ਲਕਸ਼ਮਣ ਨੂੰ ਇੱਕ ਸਿੱਖਿਆ ਦਿੱਤੀ ਸੀਗੀ ਕਿ ਕੋਈ ਵੀ ਚੰਗਾ ਕੰਮ ਕਰਦੇ ਹੋ ਨਾ, ਹਮੇਸ਼ਾ ਚੰਗੇ ਕੰਮ ਦੇ ਵਿੱਚ ਦੇਰੀ ਨਾ ਕਰੋ, ਤੇ ਜੇ ਮਾੜਾ ਕੰਮ ਕਰਦੇ ਆ ਤਾਂ ਉਹ ਫੌਰਨ ਨਾ ਕਰੋ। ਅਸੀਂ ਉਲਟ ਕਰਦੇ ਆ, ਜੇ ਮਾੜਾ ਕੰਮ ਕਰਨਾ ਹੋਵੇ ਕਿਸੇ ਨੇ ਗਾਲ ਕੱਢੀ, ਪਟਾਕੇ ਦੇ ਵਿੱਚ ਚੱਕ ਕੇ ਸੋਟੀ ਮਾਰਦੇ ਆ। ਜੇ ਚੰਗਾ ਕੰਮ ਕਰਨਾ ਕੋਈ ਨਹੀਂ, ਫੇਰ ਕਰ ਲਾਂਗੇ। ਆਪਾਂ ਯਾਰ ਉੱਥੇ ਗਰੀਬ ਲੜਕੀਆਂ ਦੀ ਸ਼ਾਦੀ ਹੋ ਰਹੀ ਹੈ, ਉੱਥੇ ਜਾਈਏ, ਕੱਲ ਨੂੰ ਜਾਵਾਂ, ਮੈਂ ਥੱਕਿਆ ਵਾਂ, ਆ ਜਾਓ ਕਸਰਤ ਕਰ ਲਈਏ, ਪਤਾ ਸਰੀਰ ਚੰਗਾ, ਮੈਂ ਤਾਂ ਥੱਕਿਆ, ਕੱਲ ਨੂੰ ਕਰ ਲਾਂਗੇ, ਪਾਠ ਕਰ ਲਈਏ, ਕੱਲ ਨੂੰ ਕਰ ਲਾਂਗੇ। ਚੰਗਾ ਕੰਮ ਨਹੀਂ ਅਸੀਂ ਟਾਈਮ ਤੇ ਕਰਦੇ। ਇਹੀ ਰਾਵਣ ਨੇ ਕਿਹਾ ਸੀ ਕਿ ਮੈਂ ਚੰਗੇ ਕੰਮ 'ਚ ਦੇਰੀ ਕਰੀ ਗਿਆ। ਸਾਰਿਆਂ ਨੇ ਸਮਝਾਇਆ ਕਿ ਰਾਮਚੰਦਰ ਤੋਂ ਮਾਫੀ ਮੰਗ ਲੈ, ਸੀਤਾ ਮੋੜ ਦੇ, ਮੈਂ ਬਸ ਆਕੜ ਚ ਰਿਹਾ, ਅੱਜ ਮੇਰਾ ਇਹੀ ਹਾਲ ਹੈ। ਸੋ ਇਸ ਕਰਕੇ ਚੰਗੇ ਕੰਮ ਵਿੱਚ ਕਦੇ ਵੀ ਦੇਰੀ ਨਾ ਕਰੋ। ਕਿਸੇ ਭੁੱਖੇ ਨੂੰ, ਕਿਸੇ ਪਿਆਸੇ ਨੂੰ ਪਾਣੀ ਪਿਲਾ ਦੇਣਾ, ਕਿਸੇ ਦੇ ਨੰਗੇ ਪੈਰ ਨੇ ਉਹਨੂੰ ਜੁੱਤੀ ਪਵਾ ਦੇਣੀ, ਇਹਦਾ ਕੰਮ ਫੌਰਨ ਪੁੰਨਦਾਨ ਕਰੋ। ਗੀਤਾ ਨੂੰ ਪੜ੍ਹ ਲਓ ਹਿੰਦੂ ਭਰਾ, ਚੈਪਟਰ 17 ਦੇ ਵਿੱਚ ਸ਼ਲੋਕ ਹੈ 20ਵਾਂ ਤੇ 22ਵਾਂ। ਉਹਦੇ ਵਿੱਚ ਲਿਖਿਆ ਹੈ, ਡੋਨੇਸ਼ਨ ਰਿਡਿਊਸ ਅਟੈਚਮੈਂਟ ਐਂਡ ਸੈਂਸੁਅਲ ਪਲੇਜਰਸ, ਦ ਡਿਟੈਚਮੈਂਟ ਬਿਗਨਸ ਬਾਈ ਡੋਨੇਸ਼ਨ ਐਂਡ ਫॉरगिवनेस। ਜਦੋਂ ਤੁਸੀਂ ਪੁੰਨਦਾਨ ਕਰਦੇ ਹੋ ਨਾ, ਉਹਦੇ ਨਾਲ ਤੁਹਾਡਾ ਮੋਹ ਘਟਦਾ ਹੈ। ਅਸੀਂ ਦੁਨੀਆ ਵਾਲੇ ਪਾਪ ਕਰਨ ਲੱਗੇ ਸੋਚਦੇ ਹਾਂ ਕਿ ਮੈਨੂੰ ਕੋਈ ਦੇਖੇ ਨਾ, ਪਰ ਪੁੰਨਦਾਨ ਕਰਨ ਦੀ ਵਾਰੀ ਆਵੇ ਤਾਂ ਪੂਰੀ ਐਡਵਰਟਾਈਜ਼ਮੈਂਟ ਕਰਦੇ ਹਾਂ। ਸੁਲਤਾਨ ਬਾਹੂ ਨੇ ਕਿਹਾ ਸੀ, ਪਾਪ ਕਰੇ ਤਾਂ ਚੁੱਪ ਚਪੀਤੇ, ਪੁੰਨ ਕਰੇ ਤਾਂ ਰੌਲਾ ਹੋ, ਬਾਹਰੋਂ ਬੰਦਾ ਸਾਫ ਸੁਚੱਜਾ, ਅੰਦਰੋਂ ਕਾਲਾ ਕੋਲਾ ਹੋ। ਅੰਦਰ ਸਾਡੇ ਮੈਲ ਹੈ। ਮਾਲਾ ਮੇਰੀ ਕਾਟ ਕੀ, ਉਹ ਧਾਗੇ ਲਈ ਪਰੋ, ਮਨ ਵਿੱਚ ਗੁੱਥੀ ਪਾਪ ਕੀ, ਨਾਮ ਜਪੇ ਕਿਆ ਹੋ। ਉੱਪਰੋਂ ਚੰਗੇ ਪੁੰਨਦਾਨੀ ਬਣਦੇ ਆ, ਚੰਗੇ ਦਿਆਲੂ ਬਣਦੇ ਆ, ਪਰ ਅੰਦਰ ਸਾਡੀ ਸ਼ੈਤਾਨੀ ਹੈ। ਇਹ ਇੱਕ ਸੱਚਾਈ ਹੈ ਕਿ ਅਸੀਂ ਜਦੋਂ ਵੀ ਕੁਝ ਦਾਨ ਦਿੰਨੇ ਆ ਨਾ, ਉਹ ਉਦੋਂ ਹੀ ਦਿੰਨੇ ਆ, ਪਹਿਲਾਂ ਪਰਮਾਤਮਾ ਸਾਨੂੰ ਇਨਕਮ ਦਿੰਦਾ ਹੈ। ਜੇ ਪਹਿਲਾਂ ਸਾਡੇ ਕੋਲ ਪੈਸੇ ਆਉਂਦੇ ਨੇ, ਫਿਰ ਉਹਨਾਂ ਪੈਸਿਆਂ 'ਚੋਂ ਅਸੀਂ ਦਾਨ ਦਿੰਨੇ ਆ। ਦੂਜੀ ਗੱਲ ਇਹ ਹੈ ਕਿ ਪੈਸੇ ਸਾਡੇ ਕੋਲ ਜ਼ਿਆਦਾ ਆਉਂਦੇ ਨੇ, ਉਹਦੇ ਵਿੱਚੋਂ ਅਸੀਂ ਤਿਲ ਫੁੱਲ ਦਿੰਨੇ ਆ। ਇਹ ਨਹੀਂ ਹੁੰਦਾ ਕਿ ਪੈਸੇ ਥੋੜੇ ਆਉਣ ਤੇ ਅਸੀਂ ਜ਼ਿਆਦਾ ਦੇ ਦਈਏ, ਜ਼ਿਆਦਾ ਫਿਰ ਦੇਵਾਂਗੇ ਕਿੱਥੋਂ, ਜਦੋਂ ਹੈ ਹੀ ਨਹੀਂ। ਸੋ ਇਸ ਕਰਕੇ ਖਿਆਲ ਰੱਖੋ ਕਿ ਪਰਮਾਤਮਾ ਨੇ ਸਾਨੂੰ ਬਰਕਤ ਪਾਈ ਹੈ, ਪਰਮਾਤਮਾ ਨੇ ਦਿੱਤਾ, ਉਹਦੇ ਵਿੱਚੋਂ ਅਸੀਂ ਥੋੜਾ ਮੋਟਾ ਗਰੀਬ ਲੋਕਾਂ ਦੀ ਹੈਲਪ ਕਰੀਏ। ਪਰ ਜਿੰਨਾ ਵੀ ਦਾਨ ਕਰੋ, ਸਾਡੀ ਜਿਹੜੀ ਨੀਅਤ ਹੈ ਨਾ, ਉਹ ਚੰਗੀ ਹੋਣੀ ਚਾਹੀਦੀ ਹੈ। ਚੰਗੀ ਨੀਅਤ ਨਾਲ ਕੀਤਾ ਦਾਨ ਸਮਾਂ ਪਾ ਕੇ ਬਹੁਤ ਫਲ ਦਾ ਫੁੱਲ ਹੈ। ਮੈਂ ਤੁਹਾਨੂੰ ਇਹਦੀ ਇੱਕ ਐਗਜ਼ਾਮਪਲ ਦੇਣਾ। ਇੱਕ 14-15 ਸਾਲ ਦਾ ਮੁੰਡਾ ਸਾਈਕਲ ਤੇ ਘਰ ਘਰ ਜਾ ਕੇ ਸਮਾਨ ਵੇਚਦਾ ਹੁੰਦਾ ਸੀ, ਕੰਘੇ, ਲਿਪਸਟਿਕ, ਸੂਈਆਂ, ਨਾਈਫ, ਹਾਂਜੀ, ਜਿਸ ਤਰ੍ਹਾਂ ਦੇ ਪਾਊਡਰ ਵਗੈਰਾ। ਉਹ ਜਦੋਂ ਘਰਾਂ ਦੇ ਜਾ ਕੇ ਦਰਵਾਜ਼ਾ ਖੜਕਾਉਂਦਾ ਤੇ ਕਹਿੰਦਾ, ਮਿੱਥੋਂ ਆ ਕੋਈ ਸਮਾਨ ਲੈ ਲਓ, ਲਿਪਸਟਿਕਾਂ ਲੈ ਲਓ, ਚਾਕੂ ਲੈ ਲਓ, ਛੁਰੀਆਂ ਲੈ ਲਓ। ਲੋਕ ਦਰਵਾਜ਼ਾ ਖੋਲ ਕੇ ਗੁੱਸੇ ਪਟਕਦੇ ਨੇ, ਬੰਦ ਕਰਦੇ, ਕਹਿੰਦੇ ਨਹੀਂ ਚਾਹੀਦਾ, ਚੱਲ ਅੱਗੇ। ਕੋਈ ਲੋਕ ਲੈਂਦੇ ਵੀ ਸੀਗੇ, ਉਹ ਵੀ ਇੰਨੇ ਦਾ ਨਹੀਂ, ਇੰਨਾ ਲੈਣਾ, ਇਹ ਨਹੀਂ ਦੇਖਣਾ ਵੀ ਗਰੀਬ ਬੰਦਾ, ਚੱਲ ਦੇ ਦਿਓ ਪੈਸੇ, ਸਾਡੇ ਘਰ ਇੰਨੀ ਨਹੀਂ, ਬਾਰਗੇਨਿੰਗ ਵੀ ਜ਼ਰੂਰ ਕਰਦੇ ਨੇ ਗਰੀਬ ਲੋਕਾਂ ਨਾਲ। ਉਹਨੇ ਅਚਾਨਕ ਕਿਸੇ ਔਰਤ ਦਾ, ਕਿਸੇ ਘਰ ਦਾ ਦਰਵਾਜ਼ਾ ਖੜਕਾਇਆ, ਅੰਦਰੋਂ ਔਰਤ ਨਿਕਲੀ ਤੇ ਉਹਨੂੰ ਕਹਿੰਦਾ ਵੀ ਕੋਈ ਸਮਾਨ ਲੈ ਲਓ, ਮੇਰੇ ਪਾਸ ਚਾਕੂ ਨੇ, ਕੰਘੇ ਨੇ, ਨੇਲ ਕਟਰ ਹੈ, ਲਿਪਸਟਿਕ ਹੈ, ਬਿੰਦੀਆਂ, ਸੁਰਖੀਆਂ। ਉਹ ਔਰਤ ਨੇ ਜੋ ਦਰਵਾਜ਼ਾ ਖੋਲ੍ਹਿਆ ਨਾ, ਉਹਨੇ ਮੁੰਡੇ ਵੱਲ ਦੇਖਿਆ। ਉਹਨੇ ਦੇਖਿਆ ਕਿ ਬਾਹਰ ਤਾਂ ਲੋਹੜੇ ਦੀ ਬਹੁਤ ਜ਼ਿਆਦਾ ਅੱਗ ਬਲ ਰਹੀ ਹੈ, ਇੰਨੀ ਜ਼ਿਆਦਾ ਗਰਮੀ ਹੈ। ਉਹਦੇ ਸਾਰੇ ਕੱਪੜੇ ਪਸੀਨੇ ਨਾਲ ਭਰੇ ਪਏ ਨੇ, ਪੈਰਾਂ ਵਿੱਚ ਚੱਪਲਾਂ ਵੀ ਟੁੱਟੀਆਂ ਫੁੱਟੀਆਂ ਨੇ। ਔਰਤ ਜਿਹੜੀ ਉਸ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ ਨਾ, ਕਿਉਂਕਿ ਉਹਦੇ ਪਤੀ ਦੀ ਡੈਥ ਹੋ ਗਈ ਸੀ, ਔਲਾਦ ਕੋਈ ਹੈ ਨਹੀਂ ਸੀ, ਉਹਨੂੰ ਕਹਿਣ ਲੱਗੀ, ਬੇਟਾ ਅੰਦਰ ਆ ਜਾ। ਉਹ ਮੁੰਡਾ ਅੰਦਰ ਆ ਗਿਆ ਵੀ ਸ਼ਾਇਦ ਸਮਾਨ ਖਰੀਦੂਗੀ। ਉਹ ਆ ਕੇ ਅੰਦਰ ਜ਼ਮੀਨ ਤੇ ਬੈਠ ਗਿਆ। ਔਰਤ ਕਹਿੰਦੀ, ਬੇਟਾ ਗਰਮੀ ਬਹੁਤ ਪੈ ਰਹੀ ਹੈ, ਪਹਿਲਾਂ ਐਂ ਦੱਸ ਕੀ ਪੀਏਗਾ, ਕੀ ਖਾਏਗਾ। ਕਹਿੰਦਾ ਜੀ ਪਾਣੀ ਦੇ ਦਿਓ, ਪਿਆਸ ਲੱਗੀ ਹੈ। ਖਾਏਗਾ ਕੀ? ਉਹ ਕਹਿੰਦਾ ਜੀ ਮੈਂ ਹੁਣੀ ਰੋਟੀ ਖਾਧੀ ਹੈ ਪੌਣੇ ਚੋਂ ਕੱਢ ਕੇ। ਔਰਤ ਅੰਦਰ ਕਹਿੰਦੀ, ਔਰਤ ਜਦੋਂ ਗਈ, ਉਹ ਭੁੰਜੇ ਬੈਠਾ ਸੀ, ਕਹਿੰਦੀ ਬੇਟਾ ਭੁੰਜੇ ਕਿਉਂ ਬੈਠ ਗਿਆ, ਸੋਫੇ ਤੇ ਬਹਿ ਜਾ ਜਾਂ ਮੰਜੇ ਤੇ ਬਹਿ ਜਾ। ਉਹ ਮੰਜੇ ਤੇ ਬਹਿ ਗਿਆ। ਔਰਤ ਅੰਦਰ ਗਈ, ਜਾ ਕੇ ਫ੍ਰਿਜ ਖੋਲਿਆ, ਫ੍ਰਿਜ ਖੋਲ ਕੇ ਵੱਡਾ ਸਾਰਾ ਗਲਾਸ ਦੁੱਧ ਦਾ ਭਰਿਆ, ਉਹਦੇ ਵਿੱਚ ਚੀਨੀ ਪਾਈ, ਬਰਫ਼ ਪਾਈ ਤੇ ਆ ਕੇ ਕਹਿੰਦੀ ਬੇਟਾ ਆਹ ਪੀ ਲੈ। ਉਹਨੇ ਪਾਣੀ ਮੰਗਿਆ ਸੀ, ਉਹਨੇ ਦੁੱਧ ਦਿੱਤਾ ਉਹਨੂੰ। ਤੇ ਨਾਲ ਹੀ ਪੁੱਛਿਆ ਵੀ ਬੇਟਾ ਇਹ ਤੂੰ ਕੰਮ ਕਿਉਂ ਕਰ ਰਹੀ ਹੈ, ਬਿਜ਼ਨਸ ਕਿਉਂ ਕਰ ਰਿਹਾ, ਤੇਰੀ ਤਾਂ ਉਮਰ ਛੋਟੀ ਹੈ। ਉਹ ਕਹਿੰਦਾ ਜੀ ਮੈਂ ਅੱਗੇ ਪੜ੍ਹਨਾ ਚਾਹੁੰਦਾ, ਪੜ੍ਹਾਈ ਕਰਨਾ ਚਾਹੁੰਦਾ।
ਦਿਨੇ ਮੈਂ ਸਮਾਨ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਕਿਉਂਕਿ ਮੇਰੇ ਮਾਂ-ਬਾਪ ਨਹੀਂ, ਇਸ ਕਰਕੇ ਰਾਤ ਨੂੰ ਪੜ੍ਹਦਾ। ਉਹ ਕਹਿੰਦੀ ਔਰਤ ਬੇਟਾ ਜਦੋਂ ਵੀ ਤੁਸੀਂ ਇਸ ਪਿੰਡ 'ਚ ਆਵੇਂ ਨਾ, ਜਦੋਂ ਵੀ ਤੇਰਾ ਦਿਲ ਕਰੇ ਤੂੰ ਮੇਰੇ ਘਰੇ ਆ ਜਾ ਕਰ ਤੇ ਬੜੀ ਖੁਸ਼ੀ ਨਾਲ ਆਇਆ ਕਰ, ਮੈਂ ਰੋਟੀ ਪਾਣੀ ਬਾਹਰੋਂ ਘਰੋਂ ਲੈ ਕੇ ਆਉਣ ਦੀ ਲੋੜ ਨਹੀਂ, ਇੱਥੇ ਆ ਕੇ ਖਾ ਜਾ ਕਰ। ਖੈਰ 10-12 ਸਾਲ ਬੀਤ ਗਏ, ਔਰਤ ਬੁੱਢੀ ਹੋ ਗਈ। ਅਚਾਨਕ ਉਸ ਔਰਤ ਨੂੰ ਹਾਰਟ ਅਟੈਕ ਹੋਇਆ ਤੇ ਉਹਦੇ ਜਿਹੜੇ ਨਜ਼ਦੀਕੀ ਰਿਸ਼ਤੇਦਾਰ ਸੀ, ਗੁਆਂਢੀ ਸੀ, ਉਹਨੂੰ ਚੱਕ ਕੇ ਵੱਡੇ ਹਸਪਤਾਲ ਵਿੱਚ ਸ਼ਹਿਰ 'ਚ ਲੈ ਗਏ। ਸਰਜੀ ਉਹਦੇ ਟੈਸਟ ਵਗੈਰਾ ਕੀਤੇ ਤੇ ਅਖੀਰ ਇਹ ਫੈਸਲਾ ਕੀਤਾ ਡਾਕਟਰਾਂ ਨੇ ਵੀ ਇਹਦੀ ਬਾਈਪਾਸ ਸਰਜਰੀ ਹੋਊਗੀ। ਜਦੋਂ ਹਫ਼ਤੇ ਬਾਅਦ ਉਸ ਨੂੰ ਛੁੱਟੀ ਮਿਲਣ ਵਾਲੀ ਸੀਗੀ, ਬਾਈਪਾਸ ਸਰਜਰੀ ਹੋ ਗਈ, ਉਹਦੇ ਦਿਮਾਗ ਦੇ ਉੱਤੇ, ਔਰਤ ਦੇ ਸਿਰ ਦੇ ਦਿਮਾਗ ਦੇ ਉੱਤੇ ਭਾਰ ਪੈ ਗਿਆ ਕਿ ਇਹ ਤਾਂ ਵੱਡਾ ਸਾਰਾ ਹਸਪਤਾਲ ਹੈ, ਮੈਂ ਪੈਸੇ ਕਿੱਥੋਂ ਦੇਵਾਂਗੀ, ਇਹਦਾ ਬਿੱਲ ਕਿਵੇਂ ਪੇ ਕਰੂੰਗੀ। ਫਿਰ ਸੋਚਦੇ ਵੀ ਚਲੋ ਕੋਈ ਨਹੀਂ, ਜਦੋਂ ਬਿੱਲ ਆ ਗਿਆ ਮੈਂ ਡਾਕਟਰ ਸਾਹਿਬ ਦੇ ਪੈਰੀ ਪੈ ਜਾਊਂਗੀ ਵੀ ਮੇਰੇ ਕੋਲ ਤਾਂ ਇੱਕੋ ਹੀ ਘਰ ਹੈ ਜੀ, ਉਹ ਮੈਂ ਵੇਚ ਕੇ ਤੁਹਾਨੂੰ ਪੈਸੇ ਦੇ ਦੇਣੇ, ਮੈਂ ਆਪ ਬਿਰਧ ਆਸ਼ਰਮ ਚਲੀ ਨੇ। ਉਹ ਹਾਲੇ ਸੋਚ ਹੀ ਰਹੀ ਸੀਗੀ, ਉਹਨੂੰ ਇੱਕ ਨਰਸ ਵੀਲ ਚੇਅਰ ਤੇ ਲੈ ਕੇ ਆ ਗਈ ਤੇ ਨਾਲ ਇੱਕ ਉਹਦੇ ਹੱਥ 'ਚ ਕਾਗਜ਼ ਸੀਗੇ, ਉਹਨੇ ਸੋਚਿਆ ਇਨਵੌਇਸ ਹੈ। ਤੇ ਜਦੋਂ ਉਹਨੇ ਉਹ ਕਾਗਜ਼ ਫੜਾਇਆ, ਉਹਦੇ 'ਤੇ ਲਿਖਿਆ ਸੀ ਇਨਵੌਇਸ, ਹਸਪਤਾਲ ਦਾ ਨੰਬਰ ਤੇ ਥੱਲੇ ਇੱਕ ਮੋਹਰ ਲੱਗੀ ਸੀ ਪੇਡ। ਉਹ ਬੜੀ ਹੈਰਾਨ ਹੋਈ ਵੀ ਇਹ ਪੈਸੇ ਕਿਹਨੇ ਦਿੱਤੇ ਨੇ। ਉਹਨੇ ਨਰਸ ਨੂੰ ਪੁੱਛਿਆ ਵੀ ਨਰਸ ਭੈਣ ਜੀ, ਇਹ ਬਿੱਲ ਦੇ ਉੱਤੇ ਲਿਖਿਆ ਪੇਡ, ਇਹ ਪੇਡ ਪੈਸੇ ਦਿੱਤੇ ਕਿਹਨੇ ਨੇ। ਉਹਨੇ ਨਰਸ ਨੇ ਪਹਿਲਾਂ ਤਾਂ ਦੇਖਿਆ ਨਹੀਂ ਸੀਗਾ ਤੇ ਜਦੋਂ ਉਹਨੇ ਇਨਵੌਇਸ ਪੜ੍ਹੀ, ਉਹਦੇ ਥੱਲੇ ਮੋਹਰ ਲਿਖੀ ਸੀ ਪੇਡ ਦੀ ਤੇ ਥੱਲੇ ਇੱਕ ਹੋਰ ਲਾਈਨ ਲਿਖੀ ਸੀ, ਉਹਨੇ ਲਿਖਿਆ ਸੀ, ਉਹਦੇ ਥੱਲੇ ਕੀ ਲਿਖਿਆ ਸੀ, ਥੈਂਕ ਯੂ ਫਾਰ ਯੂਅਰ ਮਿਲਕ, ਥੈਂਕ ਯੂ ਫਾਰ ਯੂਅਰ ਮਿਲਕ। ਉਹ ਮਾਤਾ ਨੇ ਜਿਹੜਾ ਦੁੱਧ ਦਾ ਗਲਾਸ ਪਿਲਾਇਆ ਸੀ ਨਾ ਬੱਚੇ ਨੂੰ, ਉਹ ਡਾਕਟਰ ਬਣ ਗਿਆ ਸੀ ਵੱਡਾ। ਸੋ ਇਸ ਤਰ੍ਹਾਂ ਧਨ ਦੌਲਤ ਮੁੜ ਕੇ ਆਉਂਦੀ ਹੈ ਜਦੋਂ ਪੁੰਨਦਾਨ ਕਰਦੇ ਹਾਂ ਆਪਾਂ। ਅੱਜ ਵੀ ਹਿੰਦੂ ਘਰਾਂ ਦੇ ਵਿੱਚ ਜਦੋਂ ਰੋਟੀ ਪੱਕਦੀ ਹੈ ਨਾ, ਪਹਿਲੀ ਰੋਟੀ ਗਊ ਲਈ ਕੱਢੀ ਜਾਂਦੀ ਹੈ। ਸ਼ਿਵ ਪੁਰਾਣ ਦੇ ਵਿੱਚ 6 ਪ੍ਰਕਾਰ ਦੇ ਦਾਨ ਦੱਸੇ ਗਏ ਨੇ। ਸ਼ਿਵਲਿੰਗ ਤੇ ਰਾਈ ਚੜਾਓ ਤੇ ਬਾਅਦ ਗਰੀਬਾਂ 'ਚ ਵੰਡ ਦਿਓ। ਸਾਬਤ ਨਮਕ, ਗੁੜ, ਰੋਟੀ ਨੂੰ ਗੁੜ ਤੇ ਰੋਟੀ ਗਊ ਲਈ ਦਿਓ। ਕਾਲੇ ਤਿਲ ਕੱਢੋ, ਘੀ ਕੱਢੋ, ਕੱਪੜੇ ਦਾ ਦਾਨ ਕਰੋ। ਇਹ ਸ਼ਿਵ ਪੁਰਾਣ ਦੇ ਵਿੱਚ ਦਿੱਤਾ ਗਿਆ। ਜਿਹੜੇ ਹਿੰਦੂ ਵੀਰ ਨੇ ਉਹਨਾਂ ਨੂੰ ਪਤਾ ਹੋਵੇਗਾ। ਜਿਹੜੀ ਜੋਤਿਸ਼ ਵਿਦਿਆ ਹੈ, ਐਸਟ੍ਰੋਲੋਜੀ ਦੇ ਵਿੱਚ ਦੱਸਿਆ ਗਿਆ ਵੀ 3 ਪ੍ਰਕਾਰ ਦੀਆਂ ਚੀਜ਼ਾਂ, ਇੱਕ ਚਾਕੂ, ਇੱਕ ਕੈਂਚੀ ਤੇ ਇੱਕ ਤਲਵਾਰ, ਕਦੇ ਵੀ ਦਾਨ ਨਹੀਂ ਕਰਨੇ ਚਾਹੀਦੇ। ਇਸ ਨਾਲ ਪਰਿਵਾਰ ਵਿੱਚ ਸੁੱਖ ਸ਼ਾਂਤੀ ਭੰਗ ਹੁੰਦੀ ਹੈ ਔਰ ਦੇਣ ਵਾਲੇ ਨਾਲ ਰਿਸ਼ਤੇ ਖਰਾਬ ਹੋ ਜਾਂਦੇ ਨੇ। ਸੋ ਇਸ ਕਰਕੇ ਡੋਨੇਸ਼ਨ ਜਿਹੜੀ ਹੈ ਨਾ, ਜਦੋਂ ਵੀ ਦਿਓ ਕੋਸ਼ਿਸ਼ ਕਰੋ ਕਿ ਉਹਨੂੰ ਕਦੇ ਸ਼ੋਅ ਆਫ ਨਾ ਕਰੋ। ਦਾਨ ਇੱਕ ਹੱਥ ਨਾਲ ਦਿਓ ਤੇ ਦੂਜੇ ਹੱਥ ਨੂੰ ਪਤਾ ਨਾ ਲੱਗੇ। ਹੋ ਸਕੇ ਤਾਂ ਗੁਪਤ ਦਾਨ ਦਿਓ, ਜਿਸ ਨਾਲ ਕਿਸੇ ਨੂੰ ਪਤਾ ਨਾ ਲੱਗੇ ਕਿ ਫਲਾਣੇ ਬੰਦੇ ਨੇ ਦਾਨ ਦਿੱਤਾ ਹੈ ਕਿ ਕਿੰਨਾ ਦਿੱਤਾ ਹੈ। ਦਾਨ ਕਦੇ ਵੀ ਐਡਵਰਟਾਈਜ਼ਮੈਂਟ ਲਈ ਨਾ ਕਰੋ, ਕਿਉਂਕਿ ਜਿਸ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਤਾਂ ਉਹ ਬਿਨ ਬੋਲੇ ਹੀ ਸਮਝ ਜਾਂਦਾ ਹੈ। ਉਹ ਤਾਂ ਸਾਡੇ ਅੰਦਰ ਬੈਠਾ ਹੈ, ਸਾਡੀ ਹਰ ਭਾਵਨਾ ਨੂੰ ਜਾਣਦਾ ਹੈ। ਅਸੀਂ ਲੋਕਾਂ ਵਿੱਚ ਸਪੈਸ਼ਲ ਬਣਨ ਲਈ ਗੁਰਦੁਆਰੇ, ਮੰਦਿਰ, ਮਸਜਿਦ, ਹੋਰ ਧਾਰਮਿਕ ਸਥਾਨਾਂ ਦੇ ਪੱਖਿਆਂ ਦੇ ਉੱਤੇ, ਇੱਟਾਂ ਦੇ ਉੱਤੇ, ਫਰਸ਼ਾਂ ਦੇ ਉੱਤੇ ਨਾਂ ਲਿਖਵਾ ਦੇਣੇ ਦਾ ਕੋਈ ਫਾਇਦਾ ਨਹੀਂ। ਆਹ ਜਿਹੜੇ ਸਾਡੇ ਪੋਲੀਟੀਕਲ ਲੀਡਰ ਨੇ, ਇਲੈਕਸ਼ਨ ਦੇ ਸਮੇਂ ਵੱਡੇ ਵੱਡੇ ਧਰਮਾਤਮਾ ਬਣਦੇ ਨੇ, ਰੇਡੀਓ ਤੇ ਆ ਕੇ, ਟੀਵੀ ਤੇ ਆ ਕੇ ਕਈ ਪ੍ਰਕਾਰ ਦੇ ਦਾਨ ਦਿੰਦੇ ਨੇ। ਪਰਪਸ ਕੀ ਹੁੰਦਾ, ਨੀਤ ਕੀ ਹੁੰਦੀ ਹੈ ਕਿ ਲੋਕਾਂ ਦੇ ਸਾਹਮਣੇ ਚੰਗੇ ਬਣ ਜਾਣ ਤਾਂ ਕਿ ਵੋਟਾਂ ਉਹ ਸਾਨੂੰ ਪਾ ਕੇ ਸਾਨੂੰ ਜਿਤਾ ਦੇਣ। ਕਈ ਵੱਡੀਆਂ ਵੱਡੀਆਂ ਹੇਰਾ ਫੇਰੀਆਂ ਕਰਕੇ ਫਿਰ ਥੋੜਾ ਜਿਹਾ ਗਰੀਬ ਗਰੂਬੇ ਨੂੰ ਵੰਡ ਦਿੰਦੇ ਨੇ ਤੇ ਨਾਲ ਹੀ ਸੋਚਦੇ ਨੇ ਇਸ ਤਰ੍ਹਾਂ ਕਰਨ ਨਾਲ, ਪੁੰਨਦਾਨ ਕਰਨ ਨਾਲ ਪ੍ਰਮਾਤਮਾ ਖੁਸ਼ ਹੋਵੇਗਾ, ਸਾਡੇ ਪਾਪ ਕਿਤੇ ਜਿਹੜੇ ਪਾਪ ਨੇ ਉਹ ਬਖਸ਼ ਦੇਵੇਗਾ। ਕਬੀਰ ਸਾਹਿਬ ਨੇ ਕਿਹਾ ਸੀ, ਅਹਿਰਨ ਕੀ ਚੋਰੀ ਕਰੇ ਸੂਈ ਕਾ ਦੇ ਦਾਨ, ਉੱਪਰ ਚੜ ਕੇ ਦੇਖਤੇ ਕਬ ਆਵੇ ਭਗਵਾਨ। ਧਿਆਨ ਕਰਨ ਲੱਗੇ ਇਹ ਨਹੀਂ ਦੇਖਿਆ ਜਾਂਦਾ ਕਿ ਫਲਾਣੇ ਨੇ ਕਿੰਨਾ ਦਾਨ ਕੀਤਾ ਹੈ, ਸਗੋਂ ਦਾਨ ਆਦਮੀ ਦੀ ਨੀਅਤ ਅਤੇ ਕਪੈਸਿਟੀ ਦੇਖ ਕੇ ਕੀਤਾ ਜਾਂਦਾ ਹੈ। ਜਿੰਨੀ ਕੁ ਬੰਦੇ ਦੀ ਕਪੈਸਿਟੀ ਉਨੀ ਦਿਓ ਨਾ। ਜੇ ਇੱਕ ਬੰਦਾ ਲੱਖ ਦਿੰਦਾ, ਤੁਸੀਂ ਕਹੋ ਲੱਖ ਤਾਂ ਮੇਰੇ ਕੋਲ ਹੈ ਨਹੀਂ, ਤੁਹਾਡੀ ਜਿੰਨੀ ਕਪੈਸਿਟੀ ਆ ਉਹਨਾਂ ਦਿਓ। 1 ਰੁਪਇਆ ਦਿਓ, 2 ਰੁਪਏ ਦਿਓ, 98 ਦਿਓ, 54 ਦਿਓ, ਪਰ ਨੀਤ ਸਾਫ਼ ਹੋਣੀ ਚਾਹੀਦੀ ਹੈ। ਕਹਿੰਦੇ ਨੇ ਕਿਸੇ ਜੰਗਲ ਦੇ ਵਿੱਚ ਅੱਗ ਲੱਗ ਗਈ। ਜਦੋਂ ਅੱਗ ਲੱਗ ਗਈ, ਟੀਜ਼ ਜਲ ਰਹੇ ਨੇ, ਆਪਾਂ ਨੂੰ ਵੈਂਕੂਵਰ 'ਚ ਤਜਰਬਾ ਹੈ। ਲੋਕ ਜਿੰਨੇ ਵੀ ਸੀਗੇ ਬਾਲਟੀਆਂ ਭਰ ਕੇ, ਕੋਈ ਵੱਡੇ ਵੱਡੇ ਚੀਜ਼ਾਂ ਲੈ ਕੇ, ਬਾਲਟੀਆਂ ਲੈ ਕੇ ਦਰਖਤਾਂ ਦੇ ਪਾ ਰਹੇ ਨੇ। ਅਸਮਾਨ ਦੇ ਵਿੱਚ ਹੈਲੀਕਾਪਟਰ ਉੱਪਰੋਂ ਮੀਂਹ ਪਾ ਰਿਹਾ ਹੈ। ਜਿਹੜੇ ਫਾਇਰ ਪਲੇਸ ਦੀਆਂ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ, ਉਹ ਥੱਲਿਓਂ ਪਾਈਪਾਂ ਦੇ ਨਾਲ ਪਾਣੀ ਜੋੜਦੀਆਂ ਪਾ ਰਹੀਆਂ ਨੇ। ਇਹਦੇ ਨਾਲ ਇੱਕ ਚਿੜੀ ਨਦੀ ਦੇ ਕਿਨਾਰੇ ਜਾਂਦੀ ਹੈ, ਚੁੰਝ 'ਚ ਪਾਣੀ ਭਰਦੀ ਹੈ ਤੇ ਆ ਕੇ ਜੰਗਲ ਸਿੱਟ ਦਿੰਦੀ ਹੈ। ਇਹੀ ਕੰਮ ਕਰੀ ਜਾਂਦੀ ਹੈ। ਨਦੀ 'ਤੇ ਜਾਂਦੀ ਹੈ, ਚੁੰਝ ਭਰਦੀ ਹੈ, ਜੰਗਲ 'ਤੇ ਆ ਕੇ ਸਿੱਟਦੀ ਹੈ। ਤੇ ਉਸ ਨੂੰ ਇੱਕ ਕਾਂ ਦੇਖ ਰਿਹਾ ਸੀ ਦਰਖਤ 'ਤੇ ਬੈਠਾ। ਉਹ ਕਾਂ ਕਹਿੰਦਾ, ਚਿੜੀ ਭੈਣੇ ਮੈਨੂੰ ਦੱਸ, ਜੰਗਲ ਨੂੰ ਲੱਗੀ ਆ ਅੱਗ, ਇੱਥੇ ਤਾਂ ਹੈਲੀਕਾਪਟਰ ਨੇ, ਥੱਲੇ ਫਾਇਰ ਸਟੇਸ਼ਨ ਵਾਲੀਆਂ ਗੱਡੀਆਂ ਨੇ, ਲੋਕ ਬਾਲਟੀਆਂ ਪਾਉਂਦੇ ਨੇ, ਤੂੰ ਕੀ ਸੋਚਦੀ ਹੈ ਤੇਰੀ ਜਿਹੜੀ ਇੱਕ ਨਦੀ ਤੋਂ ਚੁੰਝ ਭਰ ਕੇ ਲਿਆਉਣੀ ਹੈ ਉਹਦੇ ਨਾਲ ਅੱਗ ਬੁੱਝੂਗੀ?
ਉਹਨੇ ਮਜ਼ਾਕ ਦਾ ਟੌਂਟ ਕੀਤਾ ਤੇ ਚਿੜੀ ਕਹਿੰਦੀ ਕਾਂ ਭਰਾਵਾ ਗੱਲ ਸੁਣ, ਮੈਨੂੰ ਚੰਗੀ ਤਰ੍ਹਾਂ ਪਤਾ ਕਿ ਜਿਹੜੀ ਮੈਂ ਚੁੰਝ ਚ ਲਿਆ ਕੇ ਪਾਣੀ ਸਿੱਟਦੀ ਆ ਇਹਦੇ ਨਾਲ ਅੱਗ ਉੱਗ ਨਹੀਂ ਬੁਝਣੀ, ਪਰ ਮੈਨੂੰ ਪਤਾ ਹੈ ਕਿ ਮੈਂ ਤਮਾਸ਼ਾ ਨਹੀਂ ਦੇਖ ਰਹੀ ਤੇਰੇ ਵਾਂਗੂ, ਤੂੰ ਕੰਧ ਦਸਤ ਤੇ ਬਹਿ ਕੇ ਕੋਸ਼ਿਸ਼ ਨਹੀਂ ਕਰ ਰਿਹਾ, ਤੂੰ ਤਮਾਸ਼ਾ ਦੇਖ ਰਿਹਾ। ਜਿੰਨੀ ਕੁ ਮੇਰੀ ਕਪੈਸਿਟੀ ਹੈ ਉਸ ਨਾਲ ਮੈਂ ਆਪਣਾ ਅੱਗ ਬੁਝਾਉਣ ਦਾ ਕੰਮ ਕਰ ਰਹੀ ਹਾਂ। ਰੱਬ ਸਾਡੀ ਨੀਅਤ ਦੇਖਦਾ ਹੈ ਕਿਉਂਕਿ ਉਹ ਸਾਡੇ ਅੰਦਰ ਹੀ ਬੈਠਾ ਸਾਡੇ ਐਕਸ਼ਨ ਨੂੰ ਵਾਚ ਕਰ ਰਿਹਾ ਹੈ। ਅੱਜ ਦੇ ਸਮੇਂ ਵਿੱਚ ਦਾਨ ਦੇਣ ਦੇ ਢੰਗ ਬਦਲ ਗਏ ਨੇ। ਅੱਜ ਅਸੀਂ ਗਰੀਬ ਬੱਚੇ ਦੀ ਟਿਊਸ਼ਨ ਫੀ ਦਾਨ ਦੇ ਸਕਦੇ ਹਾਂ, ਕਿਸੇ ਬੱਚੇ ਨੂੰ ਅਡਾਪਟ ਕਰਕੇ ਉਹਦੀ ਪੜ੍ਹਾਈ ਦੀ ਜ਼ਿੰਮੇਵਾਰੀ ਲੈ ਸਕਦੇ ਹਾਂ, ਗਰੀਬ ਬੱਚੀਆਂ ਦਾ ਵਿਆਹ ਕਰਵਾ ਸਕਦੇ ਹਾਂ, ਹਸਪਤਾਲਾਂ ਵਿੱਚ ਜਾ ਕੇ ਬਿਮਾਰਾਂ ਨੂੰ ਫੁੱਲ ਦੇ ਸਕਦੇ ਹਾਂ, ਜਿੱਥੇ ਪਾਣੀ ਨਹੀਂ ਉੱਥੇ ਖੂਹ ਜਾਂ ਟੂਟੀ ਲਵਾ ਸਕਦੇ ਹਾਂ, ਘਰ ਵਿੱਚ ਕਿਸੇ ਦੇ ਟਾਇਲਟ ਲਵਾ ਦਿਓ, ਵੀਲ ਚੇਅਰ ਦੀ ਸੇਵਾ ਕਰ ਦਿਓ, ਸਾਲ ਦੇ ਵਿੱਚ ਗਰੀਬ ਬੱਚਿਆਂ ਨੂੰ ਸ਼ੂਜ਼, ਜਰਾਬਾਂ, ਗਰਮ ਕੱਪੜੇ, ਕੰਬਲ ਦੇ ਦਿਓ, ਲੰਗਰ ਜਿੱਥੇ ਚੱਲ ਰਿਹਾ ਉਹਦੇ ਵਿੱਚ ਆਪਣਾ ਹਿੱਸਾ ਪਾ ਦਿਓ, ਬਟ ਨਾਟ ਟਰਾਈ ਟੂ ਗਿਵ ਕੈਸ਼। ਇਹ ਬਹੁਤ 21ਵੀਂ ਸਦੀ 'ਚ ਹੈ, ਜਦੋਂ ਕੈਸ਼ ਦੇ ਦਿੰਦੇ ਸ਼ਰਾਬੀ ਜਾ ਕੇ ਠੇਕੇ ਤੇ ਜਾ ਕੇ ਸ਼ਰਾਬ ਪੀ ਲੈਂਦਾ, ਨਸ਼ਈ ਚਿੱਟਾ ਪਾਊਡਰ ਖਾ ਲੈਂਦਾ। YouTube ਦੇਖ ਕੇ ਬਿਨਾਂ ਪੜਚੋਲ ਕੀਤਿਆਂ ਦਾਨ ਨਹੀਂ ਦੇਣਾ ਚਾਹੀਦਾ। ਲੋਕ ਸ਼ੈਤਾਨ ਨੇ, ਵਧੀਆ ਵੀਡੀਓ ਪਾਉਂਦੇ ਨੇ, ਲੋਕ ਇਮੋਸ਼ਨਲ ਹੋ ਕੇ ਦਾਨ ਕਰ ਦਿੰਦੇ, ਫਿਰ ਉਹ ਆਪਣਾ ਘਰ ਪਾਲਦੇ ਨੇ। ਬਲਾਈਂਡ ਫੇਥ ਕਰਕੇ ਧਾਰਮਿਕ ਸਥਾਨਾਂ ਵਿੱਚ ਵੱਡੇ ਚੰਦੇ ਦੇਣ ਦੀ ਥਾਂ ਉੱਥੇ ਜਾ ਕੇ ਲੰਗਰ ਦੀ ਸੇਵਾ ਕਰੋ। ਦੁੱਧ, ਘੀ, ਆਟਾ, ਸਬਜ਼ੀਆਂ, ਪਾਣੀ ਦੀਆਂ ਬੋਤਲਾਂ, ਕੱਪ, ਪਲੇਟਾਂ, ਸਪੂਨ ਦਾਨ ਦਿਓ। ਅੱਜ ਕੱਲ ਬਲੱਡ ਦਾਨ ਵੀ ਬਹੁਤ, ਜਿਹੜਾ ਖੂਨਦਾਨ ਹੈ ਉਹ ਵੀ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ ਖੂਨਦਾਨ ਨਾਲ ਅਸੀਂ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹਾਂ। ਸਿਰਫ ਅੱਧਾ ਲੀਟਰ ਖੂਨ ਦਿੰਨੇ ਆ, ਉਹ ਵੀ ਇੱਕ ਦਿਨ 'ਚ ਪੂਰਾ ਹੋ ਜਾਂਦਾ ਹੈ। ਜਦੋਂ ਅਸੀਂ ਖੂਨਦਾਨ ਦਿੰਨੇ ਆ ਨਾ ਤਾਂ ਲੈਬੋਰੇਟਰੀ ਕੀ ਕਰਦੀ ਆ, ਉਸ ਖੂਨਦਾਨ ਦੇ ਵਿੱਚੋਂ ਰੈੱਡ ਸੈੱਲ, ਪਲਾਜ਼ਮਾ, ਪੈਟਲਸ ਵੱਖ-ਵੱਖ ਕਰਕੇ ਸਟੋਰ ਕਰ ਲੈਂਦੇ ਨੇ, ਜੋ ਕਿ ਜਿਹਨੂੰ ਵੀ ਲੋੜ ਪੈਂਦੀ ਹੈ ਉਸ ਟਾਈਮ ਉਹਦੇ ਨਾਲ, ਜੇ ਕਿਸੇ ਨੂੰ ਰੈੱਡ ਸੈੱਲ ਦੀ ਲੋੜ ਹੈ, ਪਲਾਜ਼ਮਾ ਦੀ ਲੋੜ ਹੈ, ਪੈਟਲਸ ਦੀ ਲੋੜ ਹੈ ਤਾਂ ਉਹ ਜ਼ਿੰਦਗੀ ਨੂੰ ਦੇ ਆਉਂਦੇ, ਉਹਦੀ ਜ਼ਿੰਦਗੀ ਬਚ ਜਾਂਦੀ ਹੈ। ਇਸੇ ਕਰਕੇ ਕਿਹਾ ਜਾਂਦਾ ਨਾ, ਕਿਸੇ ਦੀ ਬਚਾਓ ਜਾਨ, ਆਓ ਕਰੀਏ ਖੂਨਦਾਨ। ਖੂਨਦਾਨ ਕਰਨਾ ਕਿਸੇ ਦੀ ਜ਼ਿੰਦਗੀ ਬਚਦੀ ਹੈ, ਘਟਦਾ ਕੁਝ ਨਹੀਂ ਹੈ। ਵੱਧ ਤੋਂ ਵੱਧ ਖੂਨ ਦਿਓ, ਕਿਸੇ ਟਾਈਮ ਤੁਹਾਨੂੰ ਵੀ ਲੋੜ ਪੈ ਜਾਏਗੀ। ਸਾਡੇ ਇੰਨੇ ਵੱਡੇ ਸਰੀਰ ਦੇ ਵਿੱਚੋਂ 60-70 ਕਿਲੋ ਦਾ ਜੇ ਅੱਧਾ ਲੀਟਰ ਖੂਨ ਨਿਕਲ ਵੀ ਜਾਊਗਾ, ਉਹਦੇ ਨਾਲ ਕੋਈ ਮੂੰਹ ਦੇ ਵਿੱਚੋਂ ਮੌਤ ਦੇ ਮੂੰਹ ਦੇ ਵਿੱਚੋਂ ਬਾਜੂਗਾ ਤੇ ਕੀ ਨੁਕਸਾਨ ਹੈ। ਕਬੀਰ ਸਾਹਿਬ ਨੇ ਕਿਹਾ ਸੀ ਨਾ, ਚਿੜੀ ਚੋਂਚ ਭਰ ਲੈ ਗਈ, ਨਦੀ ਨਾ ਘਟਿਓ ਨੀਰ, ਦਾਨ ਦੀਏ ਧਨ ਨਾ ਘਟੇ, ਕਹਿ ਗਏ ਭਗਤ ਕਬੀਰ। ਦਾਨ ਦੇਣਾ ਘਟਦਾ ਨਹੀਂ, ਜੇ ਥੋੜਾ ਜਿਹਾ ਦੇ ਦਿਓਗੇ ਨਾ ਖੂਨਦਾਨ, ਕਿਸੇ ਨੂੰ ਖੂਨ ਦੇ ਦਿਓਗੇ, ਉਹਦੇ ਨਾਲ ਕਿਸੇ ਦੀ ਜ਼ਿੰਦਗੀ ਬਾਜੂਗੀ। ਇਹ ਬਹੁਤ ਵਧੀਆ ਸੌਦਾ ਹੈ। ਮੁੱਖ ਦੀ ਗੱਲ ਇਹ ਹੈ ਕਿ ਸਾਨੂੰ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਕਿ ਮੇਰੀ ਜ਼ਿੰਦਗੀ ਦਾ ਜਿਹੜਾ ਸਟੀਅਰਿੰਗ ਹੈ ਨਾ, ਉਹ ਪਰਮਾਤਮਾ ਦੇ ਹੱਥ ਵਿੱਚ ਹੈ। ਜਦੋਂ ਅਸੀਂ ਉਸਦੇ ਪਿਆਰੇ ਪੁੱਤਰ ਬਣ ਜਾਾਂਗੇ, ਉਸ ਤਾਕਤ ਨੂੰ, ਉਸ ਰੱਬ ਨੂੰ ਹਰੇਕ ਵਿੱਚ ਦੇਖਾਂਗੇ, ਤਾਂ ਉਹਨਾਂ ਦੇ ਜੋ ਅਸੀਂ ਦੇਖਣਾ ਪਰਮਾਤਮਾ ਉਹਦੇ ਵਿੱਚ ਹੀ ਬੈਠਾ, ਤਾਂ ਜਿਹਨੂੰ ਵੀ ਦੁੱਖ ਦਰਦ ਹੁੰਦਾ ਨਾ, ਉਹਦੀ ਅਸੀਂ ਸਹਾਇਤਾ ਕਰਨ ਲਈ ਤਿਆਰ ਰਹਿੰਦੇ ਹਾਂ। ਯਕੀਨ ਕਰਨਾ, ਜਦੋਂ ਅਸੀਂ ਫਰਕ ਨਹੀਂ ਨਾ ਕੋਈ ਕਰਦੇ, ਹਰੇਕ ਬੰਦੇ ਦੀ ਹੈਲਪ ਕਰਨ ਲਈ ਤਿਆਰ ਰਹਿੰਦੇ ਹਾਂ, ਬਿਨਾਂ ਜਾਤ ਤੋਂ, ਬਿਨਾਂ ਧਰਮ ਤੋਂ, ਬਿਨਾਂ ਦੇਸ਼ ਤੋਂ, ਤਾਂ ਫਿਰ ਸਾਡੀ ਜਿਹੜੀ ਜ਼ਿੰਦਗੀ ਹੈ ਨਾ ਖੁਸ਼ੀਆਂ ਨਾਲ ਭਰ ਜਾਵੇਗੀ। ਜਿਵੇਂ ਮਾਂ ਨੂੰ ਫਿਕਰ ਹੁੰਦਾ ਕਿ ਮੇਰਾ ਬੱਚਾ ਸਕੂਲ ਗਿਆ, ਸਕੂਲ ਤੋਂ ਆਉਣ ਤੋਂ ਪਹਿਲਾਂ ਰੋਟੀ ਸਾਨੂੰ ਤਿਆਰ ਕਰਦੀ ਹੈ, ਕੱਲ ਨੂੰ ਸਕੂਲ ਜਾਣਾ, ਕੱਪੜੇ ਧੋਂਦੀ ਹੈ, ਰਾਤ ਨੂੰ ਦੁੱਧ ਦਿੰਦੀ ਹੈ। ਜਿਸ ਤਰ੍ਹਾਂ ਮਾਂ ਸਾਡਾ ਖਿਆਲ ਕਰਦੀ ਹੈ ਨਾ, ਉਸ ਤਰ੍ਹਾਂ ਪਰਮਾਤਮਾ ਨੇ ਸਾਰੀ ਖਲਕਤ ਨੂੰ ਪੈਦਾ ਕੀਤਾ ਹੈ। ਉਹ ਵੀ ਸਾਡੇ ਕੰਮਾਂ ਨੂੰ ਦੇਖਦਾ ਵੀ ਇਹ ਬੱਚੇ ਨੂੰ ਕਿਹੜੀ ਚੀਜ਼ ਦੀ ਲੋੜ ਹੈ, ਕਿੱਥੋਂ ਦਵਾਉਣੀ ਹੈ। ਇਹ ਉਹਦੀਆਂ ਸਕੀਮਾਂ ਨੇ। ਪਰ ਜੇ ਸਾਨੂੰ ਰੱਬ ਮੌਕਾ ਦਿੰਦਾ ਤਾਂ ਸਾਨੂੰ ਪੁੰਨਦਾਨ ਦੇ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਜਿਵੇਂ ਕਿ ਰਾਵਣ ਨੇ ਕਿਹਾ ਸੀ, ਚੰਗਾ ਕੰਮ ਕਰੋ, ਜਿੰਨਾ ਵੀ ਹੈ ਦਿਓ, ਅੱਖਾਂ ਮੀਚ ਕੇ ਨੀਵੀਂ ਜੀ ਪਾ ਕੇ ਨਾ ਜੋ ਮੈਂ ਦੇਣਾ ਨਹੀਂ, ਮੇਰਾ ਕੋਈ ਘਟਦਾ ਹੈ। ਜਿਹੜੇ ਕੰਜੂਸ ਹੁੰਦੇ ਨੇ, ਉਸ ਕੰਜੂਸ ਹੀ ਮਰ ਜਾਂਦੇ ਨੇ। ਸੋ ਇਸ ਕਰਕੇ ਪੁੰਨਦਾਨ ਹਮੇਸ਼ਾ ਜ਼ਿੰਦਗੀ ਵਿੱਚ ਦੇਣਾ ਚਾਹੀਦਾ ਹੈ। ਨੈਕਸਟ ਵੀਕ ਆਪਾਂ ਗੱਲ ਕਰਾਂਗੇ वेजिटेरियन फूड, क्योंकि आप कहना दिल का हुजरा साफ कर जाना के आने के लिए, ध्यान गैरों का उठा उसके ही बिठाने के लिए, केड़ा जे परमात्मा नूं मिलना अपना दिल अंदरों साफ करना पू। ਉਹਦੇ ਵਿੱਚ ਹੱਕ ਹਲਾਲ ਦੀ ਕਮਾਈ ਦੀ ਅਸੀਂ ਗੱਲ ਕਰ ਲਈ, ਅੱਜ ਪੁੰਨਦਾਨ ਦੀ ਗੱਲ ਕੀਤੀ ਹੈ, ਕੱਲ ਨੂੰ ਖੁਰਾਕ ਦੀ ਗੱਲ ਕਰਾਂਗੇ। ਕੱਲ ਦਾ ਮਤਲਬ ਨੈਕਸਟ ਵੀਕ ਆਪਾਂ ਖੁਰਾਕ ਦੀ ਗੱਲ ਕਰਾਂਗੇ ਵੀ ਸਾਨੂੰ ਵੈਜੀਟੇਰੀਅਨ ਖਾਣਾ ਚਾਹੀਦਾ ਹੈ ਜਾਂ ਚਿਕਨ, ਗਧੇ, ਘੋੜੇ, ਜਿਹਦੀ ਵੀ ਦੇਖਿਆ ਚਿੜੀਆਂ ਦੀ ਗਰਦਨ ਮਰੋੜ ਕੇ ਖਾਣੇ, ਨੌਨ ਵੈਜ ਕਹਿੰਦੇ ਆ। ਵੈਜੀਟੇਰੀਅਨ ਦਾ ਖਾਣੇ ਦਾ ਕੀ ਫਾਇਦਾ, ਰੂਹਾਨੀਅਤ ਦੇ ਵਿੱਚ ਕੀ ਫਾਇਦਾ ਤੇ ਨੌਨ ਵੈਜ ਦੇ ਕੀ ਨੁਕਸਾਨ ਹੈ। ਜਿਹੜੇ ਫਾਇਦੇ ਨੇ ਉਹ ਵੀ ਦੱਸ ਦਾਂਗੇ, ਉਹ ਫਾਇਦੇ ਜੇ ਨਾ ਖਾਈਏ ਤਾਂ ਕਿੱਥੋਂ ਪੂਰੇ ਹੋਣਗੇ। ਸੋ ਆਪਾਂ ਵੈਜੀਟੇਰੀਅਨ ਫੂਡ ਦੇ ਉੱਤੇ ਗੱਲ ਕਰਾਂਗੇ। ਸੋ ਨੈਕਸਟ ਵੀਕ। ਹੁਣ ਤੱਕ ਆਪਾਂ ਦਿਲ ਨੂੰ ਸਾਫ਼ ਕਰਨ ਦੇ ਲਈ ਇੱਕ ਤਾਂ ਆਪਾਂ ਕਰ ਲਈ ਹੱਕ ਹਲਾਲ ਦੀ ਕਮਾਈ, ਅੱਜ ਪੁੰਨਦਾਨ ਦੀ ਗੱਲ ਕੀਤੀ ਹੈ। ਕਰੈਕਟਰ ਦੇ ਬਾਰੇ ਕੋਈ ਨਹੀਂ ਗੱਲ ਕਰਨ ਦੀ ਲੋੜ ਨਹੀਂ, ਹਰੇਕ ਬੰਦੇ ਨੂੰ ਪਤਾ ਹੀ ਹੈ ਉਹਦੇ ਬਾਰੇ ਕੀ ਡਿਸਕਸ ਕਰਾਂਗੇ। ਤੇ ਅਗਲੀ ਵੀਕ ਆਪਾਂ ਗੱਲ ਕਰਾਂਗੇ
ਜਿਹੜੀ ਵੈਸ਼ਨੂ ਭੋਜਨ ਦੀ, ਵੈਜੀਟੇਰੀਅਨ ਫੂਡ ਦੀ। ਫਿਰ ਦੱਸਾਂਗੇ ਵੀ ਜਹਾਜ਼ਾਂ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਹੈ ਵੈਜੀਟੇਰੀਅਨ ਫੂਡ ਵੀ ਕਈ ਕਿਸਮ ਦਾ। ਅਸੀਂ ਕਈ ਵਾਰੀ ਕਹਿੰਦੇ ਨੇ ਨਾਨ ਵੈਜ ਵਿੱਚ ਆਂਡਾ ਆ ਜਾਂਦਾ, ਅਸੀਂ ਕਹਿੰਦੇ ਨੇ ਏਸ਼ੀਅਨ ਵਿੱਚ ਮੱਛੀ ਆ ਜਾਂਦੀ ਹੈ, ਅਸੀਂ ਕਹਿੰਦੇ ਨੇ ਜੈਨ, ਉਹ ਕਹਿੰਦੇ ਨੇ ਨਾ ਪਿਆਜ਼ ਹੁੰਦਾ ਨਾ ਕੁਛ ਹੁੰਦਾ। ਫਿਰ ਅਸੀਂ ਔਖੇ ਹੁੰਦੇ। ਮੈਂ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਸਫ਼ਰ ਕੀਤੇ ਨੇ ਉਹਦੇ ਵਿੱਚ ਦੇਖਿਆ ਆਪਾਂ ਜਹਾਜ਼ਾਂ ਦੇ ਵਿੱਚ ਕਿਸ ਤਰ੍ਹਾਂ ਦਾ ਵੈਜੀਟੇਰੀਅਨ ਫੂਡ ਹੁੰਦਾ, ਕਿਸ ਤਰ੍ਹਾਂ ਦਾ ਨਾਨ ਵੈਜ ਫੂਡ ਹੁੰਦਾ, ਉਹਦੇ ਬਾਰੇ ਵੀ ਨੌਲੇਜ ਦਿਆਂਗੇ। ਵੈਜੀਟੇਰੀਅਨ ਫੂਡ ਦੇ ਕੀ ਚੀਜ਼ਾਂ ਦੇ ਵਿੱਚ ਕਿਹੜੀ ਕਿਹੜੀ ਤਾਕਤ ਮਿਲਦੀ ਹੈ, ਨਾਨ ਵੈਜ 'ਚ ਕਿਹੜੀ ਮਿਲਦੀ ਹੈ, ਤੇ ਜੇ ਨਾ ਖਾਈਏ ਤਾਂ ਉਹ ਵੈਜੀਟੇਰੀਅਨ ਕਿੱਥੋਂ ਕਰ ਲੈਣੇ। ਇਹ ਸਾਰੀਆਂ ਗੱਲਾਂ ਮੈਡੀਕਲ ਪੁਆਇੰਟ ਆਫ ਵਿਊ ਦੇ ਨਾਲ ਵੀ ਤੇ ਸਪਿਰਿਚੁਅਲ ਪੁਆਇੰਟ ਆਫ ਵਿਊ ਦੇ ਨਾਲ, ਕਿਉਂਕਿ ਅੱਗੇ ਵੀ ਮੇਰੇ ਸਾਲ 2 ਸਾਲ ਪਹਿਲਾਂ ਇਹ ਟੌਪਿਕ ਡਿਸਕਸ ਕੀਤਾ ਸੀਗਾ, ਮੈਂ ਪੜ੍ਹਿਆ ਵੀ ਹੈ, ਉਹਦੇ ਤੇ ਗੱਲਬਾਤ ਕਰਾਂਗੇ। ਜੇ ਕੋਈ ਵੱਧ ਕੱਢ ਕੇ ਆ ਗਿਆ ਹੋਵੇ ਉਹਦੇ ਲਈ ਸੌਰੀ ਫਾਰ ਦੈਟ। ਲਾਈਵ ਕੀਤਾ ਹੈ। ਮੈਂ ਤਾਂ ਆਪਣੀ ਐਗਜ਼ਾਮਪਲ ਲੈਂਦੇ ਕੋਈ ਸ਼ੋਅ ਆਫ ਕਰਨ ਲਈ ਨਹੀਂ, ਮੇਰੀ ਸ਼ਾਇਦ ਐਗਜ਼ਾਮਪਲ ਸੁਣ ਕੇ ਕਿਸੇ ਨੂੰ ਹੋਰ ਫਾਇਦਾ ਪਿਆ। ਗਰੀਬ ਬੰਦੇ ਦਾ ਕੀ ਆ, ਅੱਜ 4 ਪੈਸੇ ਦਿੱਤੇ ਨੇ। ਮੈਂ ਤਾਂ ਉਹ ਦਿਨ ਨਹੀਂ ਭੁੱਲਦਾ ਜਦੋਂ ਪੈਂਟ ਪੱਟੀ ਵੀ ਸੀ, ਯੂਨੀਵਰਸਿਟੀ 'ਚ ਪੜ੍ਹਦੇ ਸੀਗੇ, ਕਾਲੀ ਪੈਂਟ ਚਿੱਟਾ ਧਾਗਾ। ਅੱਜ ਤਾਂ ਫੈਸ਼ਨ ਹੈ ਨਾ ਪੱਟੀਆਂ ਪੈਂਟਾਂ ਪਾ ਕੇ ਮਹਿੰਗੀਆਂ ਮਿਲਦੀਆਂ। ਉਸ ਵੇਲੇ 16 ਕੁੜੀਆਂ ਸੀ, ਇਕੱਲਾ ਮੁੰਡਾ ਸੀ, ਇਹ ਗੱਲ ਸੱਚਾਈ ਹੈ। ਤੇ ਕਾਲੀ ਪੈਂਟ ਚਿੱਟਾ ਪੈਣਾ, ਕਾਫੀ ਹਾਊਸ ਦੇ ਵਿੱਚ ਜਾਣ ਲਈ ਇੱਕ ਚਵੰਨੀ ਨਹੀਂ ਹੁੰਦੀ ਸੀ ਜੇਬ 'ਚ। ਉਹ ਗਰੀਬੀ ਦੇਖੀ। ਅੱਜ ਮਾਲਕ ਨੇ ਦੇਖਤਾ ਤੇ ਇਹਦੇ ਵਿੱਚ ਪੁੰਨਦਾਨ ਦਿੰਨੇ ਆ, ਬੜੇ ਖੁਸ਼ ਹੋ ਕੇ ਦਿੰਨੇ ਆ। ਖਾਸ ਕਰਕੇ ਆਲ ਕ੍ਰੈਡਿਟ ਗੋਜ਼ ਟੂ ਮਾਈ ਵਾਈਫ। ਜੇ ਮੈਂ ਥੋੜਾ ਜਿਹਾ ਵੀ ਦਿੰਨਾ ਉਹ ਵੱਧ ਤੋਂ ਵੱਧ ਦਿੰਦੀ ਹੈ। ਹਾਂਜੀ, ਇਹ ਜਿਹਾ ਸੱਚਾ ਮਿੱਤਰ ਮਿਲਣਾ ਬਹੁਤ ਮੁਸ਼ਕਲ ਹੈ। ਸੋ ਜਾਂ ਉਹਦੇ ਵਿੱਚ ਪਰਮਾਤਮਾ ਬੈਠਾ। 3 ਮਿੰਟ ਰਹਿ ਗਏ, ਮੈਂ ਪ੍ਰੋਗਰਾਮ ਖਤਮ ਕਰਦਾ। ਤੁਸੀਂ ਸੁਣੋ ਲਾਸਟ ਗੀਤ। ਨੈਕਸਟ ਵੀਕ ਆਪਾਂ ਕਰਾਂਗੇ ਵੈਜੀਟੇਰੀਅਨ ਫੂਡ ਦੇ ਉੱਤੇ। ਸੁਣੋ।